ਅੰਦਰ ਅਤੀ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਸੀ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਪ੍ਰਤੱਖ ਹਰ ਬਾਣੀ ਕੇ ਬੋਹਿਥ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਬਿਰਾਜਮਾਨ ਨੇ। ਬੇਅੰਤੀ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਆਉਂਦੀਆਂ ਨੇ। ਨਮਸਕਾਰ ਕਰਕੇ ਸਤਿਗੁਰੂ ਜੀ ਦੇ ਮੁਖਾਰ ਬਿੰਦ ਤੋਂ ਉੱਤਮ ਉਪਦੇਸ਼ ਸਰਵਣ ਕਰਦੀਆਂ ਹਨ। ਜਿਨ੍ਹਾਂ ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਸਾਹਿਬ ਦੀ ਰਸਨਾ ਤੋਂ ਉਪਦੇਸ਼ ਸਰਵਣ ਕੀਤਾ ਹੈ, ਉਹ ਗੁਰਸਿੱਖ ਉਸ ਉਪਦੇਸ਼ ਨੂੰ ਕਮਾਉਂਦੇ ਹਨ ਅਤੇ ਇਸ ਸੰਸਾਰ ਵਿੱਚ ਜੀਵਨ ਜਿਉਣਾ ਕਿਸ ਤਰ੍ਹਾਂ ਹੈ, ਇਹ ਗੁਰੂ ਸਾਹਿਬ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ। ਜਿਹੜੇ ਗੁਰ ਉਪਦੇਸ਼ ਅਨੁਸਾਰ ਆਪਣਾ ਜੀਵਨ ਜਿਉਂਦੇ ਹਨ, ਪਰ ਲੋਕ ਵਿੱਚ ਉਹਨਾਂ ਦੇ ਮੁੱਖ ਉਜਲੇ ਹੁੰਦੇ ਨੇ। ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਵੱਲੋਂ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਜਿਸ ਗ੍ਰੰਥ ਦੇ ਵਿੱਚ ਦੂਸਰੇ ਸਤਿਗੁਰੂ ਤੋਂ ਲੈ ਕੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਇਤਿਹਾਸ ਆਪਾਂ ਸਰਵਣ ਕਰਦੇ ਹਾਂ। ਅਤੇ ਇਹ ਇਤਿਹਾਸ 12 ਰਾਸਾਂ 6 ਰੁੱਤਾਂ ਅਤੇ 2 ਐਨ ਦੇ ਵਿੱਚ ਕਵੀ ਜੀ ਨੇ ਲਿਖਿਆ ਹੈ। ਤੀਜੀ ਰਾਸ ਸੰਪੂਰਨ ਹੋਈ ਸੀ, ਚੌਥੀ ਰਾਸ ਦੀ ਆਰੰਭਤਾ ਕੱਲ੍ਹ ਆਪਾਂ ਕੀਤੀ ਹੈ ਅਤੇ ਆਰੰਭਤਾ 'ਤੇ ਕਵੀ ਜੀ ਨੇ 10 ਗੁਰੂ ਸਾਹਿਬਾਨਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ। 10 ਗੁਰੂ ਸਾਹਿਬਾਨਾਂ ਦੇ ਮੰਗਲ ਕੀਤੇ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੀ ਓਟ ਲਈ। ਇਸੇ ਤਰ੍ਹਾਂ ਵੱਖ-ਵੱਖ ਗੁਰੂ ਸਾਹਿਬਾਨਾਂ ਦੇ ਚਰਨਾਂ 'ਚ ਨਮਸਕਾਰਾਂ ਕਰਦੇ ਹਾਂ। ਜੋਤ ਉਹੀ ਹੈ, ਕੇਵਲ ਸਰੀਰ ਹੀ ਬਦਲਿਆ, ਪੁਸ਼ਾਕ ਹੀ ਬਦਲੀ ਹੈ। ਅਤੇ 10 ਗੁਰੂ ਸਾਹਿਬਾਨਾਂ ਦੇ ਚਰਨਾਂ 'ਤੇ ਨਮਸਕਾਰ ਕਵੀ ਜੀ ਨੇ ਕੀਤੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ 'ਤੇ ਅਰਦਾਸਾਂ ਕੀਤੀਆਂ ਨੇ। ਫਿਰ ਜਿਹੜੇ ਗੁਰੂ ਸਾਹਿਬਾਨਾਂ ਨੂੰ ਮੰਨਣ ਵਾਲੇ ਸਿੱਖ ਨੇ, ਗੁਰੂ ਉਪਦੇਸ਼ ਨੂੰ ਕਮਾਉਣ ਵਾਲੇ ਸਿੱਖ ਨੇ, ਉਹਨਾਂ 'ਤੇ ਚਰਨਾਂ 'ਤੇ ਨਮਸਕਾਰ, ਉਹਨਾਂ ਦੇ ਅੱਗੇ ਬੇਨਤੀ ਵੀ ਕੀਤੀ ਹੈ ਕਿ ਆਪ ਸਾਰੀ ਸੰਗਤ ਵੀ ਅਰਦਾਸ ਕਰੋ ਕਿ ਜਿਹੜਾ ਵੱਡਾ ਕਾਰਜ ਹੈ ਗੁਰੂ ਸਾਹਿਬਾਨਾਂ ਦੇ ਜਸ ਲਿਖਣ ਦਾ, ਇਹ ਪੂਰਾ ਹੋ ਜਾਵੇ। ਆਓ ਗੁਰ ਸੰਗਤ ਜੀ, ਜਿਸ ਤਰ੍ਹਾਂ ਅੱਗੇ ਲੜੀਵਾਰ ਕਥਾ ਆ ਰਹੀ ਹੈ, ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਜੋੜ ਕੇ ਸਤਿਗੁਰੂ ਸਾਹਿਬ ਜੀ ਦੇ ਜੀਵਨ ਕੌਤਕਾਂ ਦੀ ਅੰਮ੍ਰਿਤਮਈ ਕਥਾ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਸਾਰੀ ਹੀ ਸੰਗਤ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ। ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੁੱਛੋ ਸਭ ਸਿੱਖਨ ਹਿਤ ਕਰਕੇ। ਕਵੀ ਜੀ ਨੂੰ ਸਾਰੇ ਸਿੱਖਾਂ ਨੇ ਹਿਤ ਕਰਕੇ ਬੜੇ ਪ੍ਰੇਮ ਦੇ ਨਾਲ ਇਹ ਪੁੱਛਿਆ ਹੈ। ਕਥਾ ਗੁਰਨ ਕੀ ਕਹੋ ਵਿਚਰ ਕੇ। ਕਿ ਆਪ ਜੀ ਗੁਰੂ ਸਾਹਿਬਾਨਾਂ ਦੀ ਜਿਹੜੀ ਕਥਾ ਹੈ ਉਹ ਵਿਚਾਰ ਕੇ ਕਹੋ, ਕਿਉਂਕਿ ਸਾਰੀ ਸੰਗਤ ਬੜੇ ਪ੍ਰੇਮ ਦੇ ਨਾਲ ਇਹ ਗੁਰੂ ਸਾਹਿਬਾਨਾਂ ਦੀ ਕਥਾ ਕਵੀ ਜੀ ਪਾਸੋਂ ਸਰਵਣ ਕਰ ਰਹੀਆਂ ਨੇ। ਜਿਸ ਤਰ੍ਹਾਂ ਸਿੱਖ ਇਹ ਕਥਾ ਸੁਣ ਰਹੇ ਹਨ, ਜਿਉਂ-ਜਿਉਂ ਕਵੀ ਜੀ ਪ੍ਰੇਮ ਦੇ ਨਾਲ ਕਥਾ ਸੁਣਾਉਂਦੇ ਨੇ, ਤਿਉਂ-ਤਿਉਂ ਗੁਰੂ ਕੇ ਸਿੱਖ ਬੈਠ ਕੇ ਕਥਾ ਨੂੰ ਸੁਣਦੇ ਨੇ। ਸਾਰੀ ਸੰਗਤ ਬੜੇ ਪ੍ਰੇਮ ਦੇ ਨਾਲ ਕਥਾ ਸੁਣ ਰਹੀ ਹੈ। ਰਾਮ ਕੋਇਰ ਸੋ ਸਕਲੇ ਉਚਾਰੀ। ਕਹਿਣ ਲੱਗੇ ਕਿ ਜਿਸ ਤਰ੍ਹਾਂ ਰਾਮ ਕੋਇਰ ਜੀ ਨੇ ਸਾਰੀ ਕਥਾ ਉਚਾਰਨ ਕੀਤੀ ਹੈ, ਸਾਧ ਸੰਗਤ ਜੀ, ਭਾਈ ਰਾਮ ਕੋਇਰ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵਿੱਚੋਂ ਹੋਏ ਨੇ ਅਤੇ ਜਿਨ੍ਹਾਂ ਨੇ ਅੰਮ੍ਰਿਤ ਛਕਣ ਤੋਂ ਬਾਅਦ ਜਿਨ੍ਹਾਂ ਦਾ ਨਾਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰਬਖਸ਼ ਸਿੰਘ ਰੱਖਿਆ ਸੀ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਦਿੱਤਾ, ਬਾਬਾ ਰਾਮ ਕੋਇਰ ਜੀ
ਤੇ ਜਿਸ ਵਕਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੱਖਣ ਨੂੰ ਪਿਆਨਾ ਕੀਤਾ ਹੈ ਨਾ, ਉਸ ਸਮੇਂ ਬਾਬਾ ਰਾਮ ਕੋਇਰ ਜੀ ਵੀ ਨਾਲ ਹੀ ਤੁਰੇ ਹਨ। ਪਰ ਸਤਿਗੁਰੂ ਜੀ ਨੇ ਆਪ ਜੀ ਨੂੰ ਰੋਕ ਦਿੱਤਾ ਸੀ ਕਿ ਆਪ ਜੀ ਪਿਛਾਂਹ ਮੁੜ ਜਾਓ ਤੇ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ। ਤੇ ਬਾਬਾ ਰਾਮ ਕੋਇਰ ਜੀ ਨੇ ਉਸ ਵੇਲੇ ਬੇਨਤੀ ਕੀਤੀ ਸੀ, ਮਹਾਰਾਜ ਤੁਹਾਡੇ ਦਰਸ਼ਨਾਂ ਤੋਂ ਵਾਂਝਿਆ ਰਹਿਣਾ ਔਖਾ ਹੈ, ਤੇ ਜਿੰਨਾ ਚਿਰ ਤੁਹਾਡੇ ਦਰਸ਼ਨ ਕਰਦੇ ਆ ਉਹਨਾਂ ਚਿਰ ਜੀਵਨ ਪ੍ਰਤੀਤ ਹੁੰਦਾ ਹੈ। ਤੇ ਮਹਾਰਾਜ ਤੁਸੀਂ ਕਹਿ ਰਹੇ ਹੋ ਵਾਪਸ ਚਲੇ ਜਾਓ, ਤੁਹਾਡੇ ਦਰਸ਼ਨ ਕਿਸ ਤਰ੍ਹਾਂ ਹੋਣਗੇ? ਤੇ ਸਤਿਗੁਰੂ ਜੀ ਨੇ ਕਿਹਾ ਸੀ ਕਿ ਆਪ ਜੀ ਜਦੋਂ ਸ਼ਿਕਾਰ ਨੂੰ ਜਾਇਆ ਕਰੋਗੇ ਸ਼ਸਤਰਾਂ ਦਾ ਅਭਿਆਸ ਕਰਨ ਦੇ ਲਈ, ਤੇ ਉਸ ਵਕਤ ਤੁਹਾਨੂੰ ਸਾਡੇ ਦਰਸ਼ਨ ਹੋਇਆ ਕਰਨਗੇ। ਇਹ ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਿੱਤੇ ਸਨ। ਤੇ ਬਾਬਾ ਰਾਮ ਕੋਇਰ ਜੀ ਵਾਪਸ ਮੁੜ ਆਏ। ਇਹ ਨਗਰ ਰਮਦਾਸ ਬਾਬਾ ਬੁੱਢਾ ਸਾਹਿਬ ਜੀ ਦਾ, ਉੱਥੇ ਫਿਰ ਸਾਰੀਆਂ ਸਿੱਖ ਸੰਗਤਾਂ ਇਕੱਤਰ ਹੁੰਦੀਆਂ, ਸਾਰੇ ਸਿੰਘ ਇਕੱਠੇ ਹੁੰਦੇ ਤੇ ਭਾਈ ਰਾਮ ਕੋਇਰ ਜੀ ਨੂੰ ਬੇਨਤੀ ਕਰਦੇ ਕਿ ਬਾਬਾ ਜੀ ਆਪ ਜੀ ਤਾਂ ਗੁਰੂ ਸਾਹਿਬ ਜੀ ਦੇ ਨਾਲ ਰਹੇ ਹੋ, ਜੋ ਜੋ ਕਰਤੱਵ ਆਪ ਜੀ ਨੇ ਦੇਖੇ ਨੇ ਸੁਣੇ ਹਨ, ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਤੋਂ ਬਖਸ਼ਿਸ਼ਾਂ ਲਈਆਂ, 6 ਮਹਿਲਾਂ ਤੱਕ ਦਰਸ ਨਿਹਾਰੀ, 6 ਸਤਿਗੁਰਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹੇ ਹਨ। ਤੇ ਇਸ ਲਈ ਤੁਸੀਂ ਤਾਂ ਸਾਰਾ ਕੁਝ ਤੁਹਾਨੂੰ ਘਰ ਦੇ ਵਿੱਚੋਂ ਪ੍ਰਾਪਤ ਹੋਇਆ ਹੈ। ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ, ਬਾਬਾ ਰਾਮ ਕੋਇਰ ਜੀ ਪੂਰਨ ਬ੍ਰਹਮ ਗਿਆਨੀ ਹਨ। ਤੇ ਬ੍ਰਹਮ ਗਿਆਨੀ ਦੇ ਅੱਗੇ ਇਸ ਤਰ੍ਹਾਂ ਸਾਰਾ ਕੁਝ ਚੱਲਦਾ ਹੈ, 3 ਕਾਲ 3 ਹੀ ਸਮੇਂ। ਤੇ ਜਿਸ ਤਰ੍ਹਾਂ ਕੋਈ ਕਿਸੇ ਦੀ ਰੀਲ ਬਣੀ ਹੋਈ ਚੱਲ ਰਹੀ ਹੋਵੇ, ਇਸ ਤਰ੍ਹਾਂ ਬ੍ਰਹਮ ਗਿਆਨੀ ਦੇ ਅੱਗੇ ਸਾਰਾ ਕੁਝ ਸਾਹਮਣੇ ਹੈ, ਉਹਦੇ ਤੋਂ ਕੁਝ ਲੁਕਿਆ ਨਹੀਂ। ਇਸ ਲਈ ਭਾਈ ਸੰਤੋਖ ਸਿੰਘ ਜੀ ਨੂੰ ਸੰਗਤਾਂ ਨੇ ਕਿਹਾ ਕਿ ਅੱਗੇ ਗੁਰੂ ਸਾਹਿਬਾਨਾਂ ਦੀ ਕਥਾ ਸੁਣਾਓ। ਤੇ ਇਹ ਜਿਹੜੀ ਕਥਾ ਸੀ ਇਹ ਬਾਬਾ ਰਾਮ ਕੋਇਰ ਜੀ ਨੇ ਸਿੰਘਾਂ ਨੂੰ ਸੁਣਾਈ ਸੀ। ਬਾਅਦ ਵਿੱਚ ਇਹਨੂੰ ਲਿਖਤੀ ਰੂਪ ਦਿੱਤਾ ਗਿਆ। ਤੇ ਇਸੇ ਤਰ੍ਹਾਂ ਭਾਈ ਸੰਤੋਖ ਸਿੰਘ ਜੀ ਨੂੰ ਵੀ ਇਹ ਕਥਾ ਪ੍ਰਾਪਤ ਹੋਈ ਸੀ। ਤੇ ਫਿਰ ਉਹਨਾਂ ਦੀ ਆਪਣੀ ਕਮਾਈ ਵੀ ਹੈ ਕਿ ਉਹਨਾਂ ਨੇ ਉਹਨਾਂ ਜਗ੍ਹਾ ਦੇ ਉੱਤੇ ਜਾ ਕੇ ਜਿੱਥੇ ਜਿੱਥੇ ਗੁਰੂ ਸਾਹਿਬਾਨਾਂ ਨੇ ਕੌਤਕ ਕੀਤੇ ਨੇ, ਉਹਨਾਂ ਥਾਵਾਂ 'ਤੇ ਜਾ ਕੇ ਉੱਥੋਂ ਦੇ ਬਜ਼ੁਰਗਾਂ ਪਾਸੋਂ ਸਾਰਾ ਇਤਿਹਾਸ ਜਿਹੜਾ ਸੀ ਉਹ ਇਕੱਤਰ ਕੀਤਾ। ਤੇ ਇਹ ਪੰਥ ਨੂੰ ਵੱਡੀ ਦੇਣ ਦਿੱਤੀ ਹੈ ਭਾਈ ਸੰਤੋਖ ਸਿੰਘ ਜੀ ਨੇ। ਤੇ ਉਸ ਵਕਤ ਰਾਮ ਕੋਇਰ ਸੋ ਸਕਲ ਉਚਾਰੀ, ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਗੁਰ ਸੰਗਤ ਜੀ, ਬਾਬਾ ਰਾਮ ਕੋਇਰ ਜੀ ਨੇ ਸਾਰੀ ਕਥਾ ਸਿੰਘਾਂ ਨੂੰ ਸੁਣਾਈ। ਸਾਧ ਸੰਗਤ ਜਿਹੜਾ ਕਮਾਈ ਵਾਲਾ ਹੁੰਦਾ ਹੈ ਨਾ, ਉਹਦੇ ਮਨ 'ਚ ਇਹ ਨਹੀਂ ਹੁੰਦਾ ਕਿ ਲੋਕ ਮੈਨੂੰ ਯਾਦ ਰੱਖਣ ਜਾਂ ਮੇਰੀ ਗੱਲ ਕਰਨ। ਤੇ ਕਿਉਂਕਿ ਜਿਹੜੀ ਵਾਹ ਹੈ ਜਾਂ ਬਹੁਤਾ ਲੋਕਾਂ ਪਾਸੋਂ ਜਸ ਵਡਿਆਈ ਹੋਣੀ, ਇਹ ਵੀ ਇੱਕ ਹਉਮੈ ਦਾ ਕਾਰਨ ਬਣਦੀ। ਤੇ ਹਉਮੈ ਜਿਹੜੀ ਹੈ ਉਹ ਜਨਮ ਮਰਨ ਦਾ ਕਾਰਨ ਬਣਦੀ ਹੈ। ਇਸ ਲਈ ਕਮਾਈ ਵਾਲੇ ਤਾਂ ਜਨਮ ਮਰਨ ਤੋਂ ਮੁਕਤ ਹਨ ਤੇ ਉਹਨਾਂ ਦੇ ਅੰਦਰ ਹਉਮੈ ਹੁੰਦੀ ਨਹੀਂ ਸਰੀਰ ਦੀ। ਇਸ ਲਈ ਜੋ ਕੁਝ ਵੀ ਉਹ ਕਰਦੇ ਹਨ ਤੇ ਉਹ ਦੂਜੇ ਨੂੰ ਦਿੰਦੇ ਹਨ ਕਿ ਇਹਨਾਂ ਨੇ ਕੀਤਾ ਹੈ ਜੀ, ਤੁਸੀਂ ਕੀਤਾ ਹੈ ਜੀ, ਤੁਸੀਂ ਆਪ ਹੀ ਕਰਾਇਆ। ਇਸ ਤਰ੍ਹਾਂ ਉਹਨਾਂ ਦੀ ਸ਼ਬਦਾਵਲੀ ਹੁੰਦੀ ਹੈ। ਇਹ ਨਹੀਂ ਕਿ ਮੈਂ ਆ ਕੀਤਾ, ਮੈਂ ਹੀ ਕਰ ਸਕਦਾ ਸੀ, ਹੋਰ ਤਾਂ ਕੋਈ ਕਰ ਹੀ ਨਹੀਂ ਸਕਿਆ। ਇਸ ਤਰ੍ਹਾਂ ਦੀ ਸ਼ਬਦਾਵਲੀ ਉਹਨਾਂ ਦੇ ਮੁਖ ਦੇ ਵਿੱਚ, ਰਸਨਾ ਵਿੱਚ ਨਹੀਂ ਹੁੰਦੀ। ਸੋ ਭਾਈ ਰਾਮ ਕੋਇਰ ਜੀ ਬਾਰੇ ਕਵੀ ਜੀ ਲਿਖਦੇ ਨੇ, ਰਾਮ ਕੋਇਰ ਸੋ ਸਕਲ ਉਚਾਰੀ। ਬਾਬਾ ਰਾਮ ਕੋਇਰ ਜੀ ਨੇ ਸਾਰੀ ਕਥਾ ਜਿਹੜੀ ਹੈ ਇਹ ਉਚਾਰੀ ਹੈ, ਸਿੱਖਾਂ ਨੂੰ ਸੰਗਤਾਂ ਨੂੰ ਸੁਣਾਈ ਹੈ। ਸੁੰਦਰ ਬਿਦ ਜੁਤ ਬਹੁ ਵਿਸਤਾਰੀ, ਬੜੀ ਸੁੰਦਰ ਕਥਾ ਜਿਹੜੀ ਹੈ, ਬਹੁਤ ਵਿਧੀਆਂ ਦੇ ਨਾਲ ਤੇ ਫਿਰ ਬੜਾ ਇਹਦਾ ਸੋਹਣਾ ਵਿਸਥਾਰ ਕੀਤਾ ਹੈ। ਇਹਨਾਂ ਵਿਸਥਾਰ ਗੁਰੂ ਸਾਹਿਬਾਨਾਂ ਦੇ ਜੀਵਨ ਦਾ ਹੋਰ ਕਿਤੋਂ ਸਾਨੂੰ ਨਹੀਂ ਮਿਲਦਾ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਜੋ ਗੁਰੂ ਮਿੱਤਰ ਨੇ ਹਰੀ ਪ੍ਰਮਾਤਮਾ ਵਾਹਿਗੁਰੂ ਦੀਆਂ ਕਥਾ ਕਹਾਣੀਆਂ ਸੁਣਾਈਆਂ, ਉਹ ਵੀ ਸਾਨੂੰ ਗੁਰ ਇਤਿਹਾਸ ਵਿੱਚੋਂ ਪ੍ਰਾਪਤ ਹੁੰਦੀਆਂ ਨੇ। ਜਿਸ ਤਰ੍ਹਾਂ ਪਿਛਲੇ ਦਿਨੀ ਆਪਾਂ ਇਹ ਪ੍ਰਸੰਗ ਸਰਵਣ ਕੀਤੇ ਨੇ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਆ ਕੇ ਸਿੱਖਾਂ ਨੇ ਬੇਨਤੀਆਂ ਕੀਤੀਆਂ ਕਿ ਸਾਨੂੰ ਉਪਦੇਸ਼ ਦੇਵੋ। ਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਹਨਾਂ ਦੀ ਕਲਿਆਣ ਹੇਤੂ ਉਪਦੇਸ਼ ਦਿੱਤਾ ਹੈ। ਇਸ ਲਈ ਇਹ ਸਾਰੀ ਕਥਾ ਬਹੁਤ ਸੋਹਣੀ ਵਿਧੀ ਦੇ ਨਾਲ, ਬੜੇ ਸੋਹਣੇ ਢੰਗ ਦੇ ਨਾਲ ਭਾਈ ਰਾਮ ਕੋਇਰ ਜੀ ਨੇ ਸਿੰਘਾਂ ਨੂੰ ਸੁਣਾਈ। ਤੇ ਭਾਈ ਸੰਤੋਖ ਸਿੰਘ ਜੀ ਨੇ ਇਹਨੂੰ ਲਿਖਤੀ ਰੂਪ ਦਿੱਤਾ ਹੈ। ਵੱਖ-ਵੱਖ ਛੰਦਾਂ ਦੇ ਵਿੱਚ, ਵੱਖ-ਵੱਖ ਅਧਿਆਏ, ਵੱਖ-ਵੱਖ ਰਾਸਾਂ ਵਿੱਚ, ਰੁੱਤਾਂ ਵਿੱਚ, ਐਨ ਦੇ ਵਿੱਚ ਇਸ ਤਰ੍ਹਾਂ ਇਹ ਸ਼ਿੰਗਾਰ ਕੇ ਕਥਾ ਜਿਹੜੀ ਹੈ ਉਹ ਸਾਹਮਣੇ ਲਿਆਂਦੀ ਹੈ। ਇਸ ਪ੍ਰਸੰਗ ਤੇ ਸਿੱਖਣ ਕਥਾ, ਤੇ ਭਾਈ ਰਾਮ ਕੋਇਰ ਜੀ ਤੋਂ ਲੈ ਕੇ
ਗੁਰੂ ਸਾਹਿਬਾਨਾਂ ਦੀ ਕਥਾ ਅਤੇ ਸਿੱਖਾਂ ਦੀ ਜੋ ਕਥਾ ਹੈ, ਜਥਾ ਹੁਤੀ ਗਨ ਬਰਨੀ ਤਥਾ। ਜਿਸ ਤਰ੍ਹਾਂ ਹੋਈ ਹੈ ਉਸੇ ਤਰ੍ਹਾਂ ਕਵੀ ਜੀ ਕਹਿੰਦੇ ਮੈਂ ਵਰਣਨ ਕੀਤੀ ਹੈ। ਸਭ ਸਿੰਘਨ ਕੋ ਅਧਿਕ ਰਹੀਆਵਾ। ਬਾਬਾ ਰਾਮ ਕੋਇਰ ਜੀ ਨੇ ਕਥਾ ਸੁਣਾ ਕੇ ਸਾਰੇ ਸਿੰਘਾਂ ਨੂੰ ਬਹੁਤ ਪ੍ਰਸੰਨ ਕੀਤਾ। ਗੁਰ ਸੰਭੂਹਨ ਚਾਵ ਵਧਾਵਾ। ਫਿਰ ਸਿੰਘਾਂ ਦੇ ਮਨਾਂ ਦੇ ਵਿੱਚ ਹੋਰ ਵੀ ਚਾਅ ਵਧਿਆ ਕਿ ਬਾਬਾ ਰਾਮ ਕੋਇਰ ਜੀ ਆਪ ਜੀ ਹੋਰ ਕਥਾ ਸੁਣਾਓ। ਜਦੋਂ ਕੋਈ ਮਨ ਬਿਰਤੀ ਕਾਗਰ ਕਰਕੇ ਗੁਰੂ ਦਾ ਜਸ ਸੁਣਨ ਲੱਗਦਾ ਹੈ ਨਾ, ਤੇ ਫਿਰ ਉਹਦੇ ਮਨ ਦੇ ਅੰਦਰ ਹੋਰ ਪਿਆਰ ਵੱਧਦਾ, ਜਿਹਦੇ ਨਾਲ ਪ੍ਰੇਮ ਹੋਰ ਵਧੇ, ਕਿਉਂਕਿ ਪ੍ਰੇਮ ਦੀ ਕੋਈ ਸੀਮਾ ਨਹੀਂ ਹੁੰਦੀ। ਇਹ ਤਾਂ ਦਿਨ ਪ੍ਰਤੀ ਦਿਨ ਵੱਧਦਾ ਹੀ ਜਾਂਦਾ ਹੈ। ਤੇ ਜਿਹਦੇ ਅੰਦਰ ਪ੍ਰੇਮ ਵਧੇ ਫਿਰ ਉਹਦੇ ਮਨ ਵਿੱਚ ਇਹ ਚਾਅ ਹੁੰਦਾ ਹੈ ਕਿ ਮੈਨੂੰ ਕੋਈ ਮੇਰੇ ਪਿਆਰੇ ਦੀ ਬਾਤ ਸੁਣਾਵੇ। ਗੁਰੂ ਸਾਹਿਬ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ, ਜਗਤ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ, ਤੈ ਸਾਹਿਬ ਕੀ ਬਾਤ ਜੋ ਆਖੈ, ਕਉ ਨਾਨਕ ਕਿਆ ਦੀਜੈ, ਸੀਸ ਵੱਡਾ ਕਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀਜੈ। ਕਿ ਮੇਰੇ ਕੋਈ ਮਾਲਕ ਦੀ ਗੱਲ ਸੁਣਾਵੇ ਤਾਂ ਸਹੀ, ਮੈਂ ਉਹਨੂੰ ਭੇਟਾ ਕੀ ਦੇਵਾਂ, ਆਪਣਾ ਸਿਰ ਵੱਢ ਕੇ ਉਹਦਾ ਆਸਣ ਬਣਾ ਦੇਵਾਂ, ਯਾਨੀ ਕਿ ਇੰਨੀ ਉਹਦੀ ਸੇਵਾ ਕਰਾਂ, ਵੱਡੇ ਸਿਰ ਨਾਲ ਵੀ ਮੈਂ ਉਹਦੀ ਸੇਵਾ ਵਿੱਚ ਹਾਜ਼ਰ ਰਹਾਂ। ਸੋ ਇਸ ਤਰ੍ਹਾਂ ਇਹ ਸੰਗਤ ਜੀ ਇਹਨਾਂ ਦੀ ਘਾਲਣਾ ਹੈ। ਬਾਬਾ ਰਾਮ ਕੋਇਰ ਜੀ ਨੇ ਸਿੰਘਾਂ ਨੂੰ ਸੁਣਾਈ ਹੈ ਤੇ ਭਾਈ ਸੰਤੋਖ ਸਿੰਘ ਜੀ ਨੇ ਉਹ ਸਾਡੇ ਤੱਕ ਕਥਾ ਪਹੁੰਚਾਈ। ਕਹਿੰਦੇ ਜਿਸ ਤਰ੍ਹਾਂ ਭਾਈ ਸਾਹਿਬ ਜੀ ਬਾਬਾ ਰਾਮ ਕੋਇਰ ਜੀ ਕਥਾ ਸਿੰਘਾਂ ਨੂੰ ਸੁਣਾ ਰਹੇ ਸਨ, ਤੇ ਜਦੋਂ ਕਿਤੇ ਰੁਕ ਜਾਂਦੇ ਤੇ ਸਿੰਘਾਂ ਦੇ ਮਨਾਂ ਵਿੱਚ ਹੋਰ ਰੁਚੀ ਵੱਧਦੀ, ਪ੍ਰੇਮ ਵੱਧਦਾ ਕਿ ਸਾਨੂੰ ਗੁਰੂ ਸਾਹਿਬ ਜੀ ਦਾ ਜਸ ਹੋਰ ਸੁਣਾਓ। ਕਥਾ ਸੁਣਨ ਪਰ ਮਨ ਰੁਚ ਜਾਗੀ। ਫਿਰ ਕਥਾ ਸੁਣਨ ਦੀ ਰੁਚੀ ਮਨ ਦੀ ਜਾਗਦੀ। ਹਲੇ ਕਈ ਵਾਰੀ ਇਸ ਤਰ੍ਹਾਂ ਦਾ ਸਮਾਂ ਵੀ ਆਉਂਦਾ ਹੈ, ਜਿੰਨਾ ਚਿਰ ਕਿਸੇ ਨੂੰ ਪਿਆਸ ਨਾ ਲੱਗੀ ਹੋਵੇ ਨਾ, ਉਹਨਾਂ ਚਿਰ ਪਾਣੀ ਦੀ ਵੀ ਉਹ ਕਦਰ ਨਹੀਂ ਜਾਣਦਾ। ਭੋਜਨ ਦੀ ਕਦਰ ਵੀ ਉਦੋਂ ਪੈਂਦੀ ਹੈ ਜਦੋਂ ਬੰਦੇ ਨੂੰ ਭੁੱਖ ਲੱਗੇ। ਜੇ ਰੱਜਿਆ ਬੰਦਾ ਚੰਗੇ ਤੋਂ ਚੰਗੇ ਪਕਵਾਨ ਉਹਦੇ ਅੱਗੇ ਪਏ ਹੋਣ ਤੇ ਉਹਦੇ ਕਿਸੇ ਕੰਮ ਦੇ ਨਹੀਂ, ਪਰ ਜਦੋਂ ਭੁੱਖ ਲੱਗੀ ਹੋਵੇ ਨਾ, ਤੇ ਫਿਰ ਤਾਂ ਸੁੱਕੀ ਰੋਟੀ ਵੀ ਜਿਹੜੀ ਹੈ ਉਹਦੇ ਵਿੱਚੋਂ ਵੀ ਅੰਮ੍ਰਿਤ ਦਾ ਸਵਾਦ ਆਉਂਦਾ ਹੈ। ਇਸੇ ਤਰ੍ਹਾਂ ਜਦੋਂ ਪਰਮਾਤਮਾ ਦੇ ਦਰਸ਼ਨਾਂ ਦੀ ਤਾਂਘ ਅੰਦਰ ਬਣਦੀ ਹੈ, ਮਨ ਵਿੱਚ ਪਿਆਸ ਜਾਗਦੀ ਹੈ, ਫਿਰ ਉਮਕਿਓ ਹੀਓ ਮਿਲਣ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪ੍ਰੈ ਜਾਈ। ਫਿਰ ਅੰਦਰੋਂ ਉਛਾਲਾ ਵੱਜਦਾ ਹੈ ਹਿਰਦੇ ਤੋਂ ਕਿ ਮੈਨੂੰ ਕਦੋਂ ਮੇਰੇ ਮਾਲਕ ਦੀ ਪ੍ਰਾਪਤੀ ਹੋ ਜਾਵੇ। ਤੇ ਫਿਰ ਮਨ ਦੀ ਰੁਚੀ ਜਾਗਦੀ ਹੈ ਕਿ ਅਸੀਂ ਗੁਰੂ ਸਾਹਿਬ ਦਾ ਹੋਰ ਜਸ ਸੁਣੀਏ, ਹੋਰ ਕਥਾ ਸੁਣੀਏ, ਮੈਂ ਆਪਣੇ ਮਾਲਕ ਦੀ ਹੋਰ ਖਬਰਸਾਰ ਸੁਣਾ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਸਾਡੇ ਤੇ ਪਰਉਪਕਾਰ ਕੀਤੇ, ਕਿਸ ਤਰ੍ਹਾਂ ਬਖਸ਼ਿਸ਼ਾਂ ਕੀਤੀਆਂ। ਇਸ ਤਰ੍ਹਾਂ ਫਿਰ ਸਿੰਘਾਂ ਨੇ ਬਾਬਾ ਰਾਮ ਕੋਇਰ ਜੀ ਨੂੰ ਬੇਨਤੀ ਕੀਤੀ, ਕਿਉਂਕਿ ਮਨ ਦੀ ਬਹੁਤੀ ਰੁਚੀ ਜਾਗੀ ਨਾ, ਕਿ ਅੱਗੇ ਗੁਰੂ ਸਾਹਿਬ ਜੀ ਦੀ ਕਥਾ ਹੋਰ ਸੁਣਾਵੋ। ਗੁਰ ਪਗ ਪੰਕਜ ਕੇ ਅਨੁਰਾਗੀ। ਕਿਉਂਕਿ ਮਨ ਜਿਹੜੇ ਸਨ ਗੁਰਸਿੱਖਾਂ ਦੇ, ਗੁਰੂ ਸਾਹਿਬ ਦੇ ਚਰਨਾਂ ਦੇ ਪ੍ਰੇਮੀ ਬਣ ਗਏ। ਸਭਨ ਸੁਜਸ ਕੋ ਵਰਣਨ ਕੀਨਾ। ਫਿਰ ਸਾਰਿਆਂ ਦਾ ਜਸ, ਸਾਰਿਆਂ ਨੇ ਸੁਣਨ ਵਾਲਿਆਂ ਨੇ ਬਾਬਾ ਰਾਮ ਕੋਇਰ ਜੀ ਦਾ ਜਸ ਜਿਹੜਾ ਸੀ ਉਹ ਵਰਣਨ ਕੀਤਾ ਹੈ। ਰਾਮ ਕੋਇਰ ਸਰਬੱਗ ਪ੍ਰਬੀਨਾ। ਸਾਰੀ ਸੰਗਤ ਕਹਿੰਦੀ, ਭਾਈ ਸੰਤੋਖ ਸਿੰਘ ਜੀ ਕਥਾ ਸੁਣਾ ਰਹੇ ਨੇ ਨਾ, ਕਹਿੰਦੇ ਰਾਮ ਕੋਇਰ ਜੀ ਨੇ ਇਸ ਤਰ੍ਹਾਂ ਸੁਣਾਈਏ ਸਿੰਘਾਂ ਨੂੰ, ਤੇ ਲਿਖਤੀ ਰੂਪ ਵੀ ਇਹਨਾਂ ਨੂੰ ਪ੍ਰਾਪਤ ਹੋਇਆ ਹੋਵੇਗਾ, ਕੁਝ ਪ੍ਰਸੰਗ ਇਹਨਾਂ ਨੂੰ ਮਿਲੇ ਹੋਣਗੇ। ਤੇ ਜਦੋਂ ਸਿੱਖਾਂ ਨੇ ਕਥਾ ਸੁਣੀ ਤੇ ਸੁਣ ਕੇ ਸੰਗਤ ਸਾਰੀ ਕਹਿੰਦੀ ਹੈ ਕਿ ਬਾਬਾ ਰਾਮ ਕੋਇਰ ਜੀ ਬੜੇ ਪ੍ਰਬੀਨ ਹਨ, ਬੜੇ ਸਿਆਣੇ ਤੇ ਅੰਤਰਜਾਮੀ। ਜਿਸ ਤਰ੍ਹਾਂ ਸਾਨੂੰ ਕਥਾ ਤੇ ਮਿਲੀ ਹੈ ਕਵੀ ਸੰਤੋਖ ਸਿੰਘ ਜੀ ਦੀ ਰਚਨਾ, ਜਿਉਂ-ਜਿਉਂ ਸੰਗਤ ਕਥਾ ਸੁਣਦੀ ਹੈ ਤਿਉਂ-ਤਿਉਂ ਮਨ ਦੀ ਰੁਚੀ ਹੋਰ ਜਾਗਦੀ ਕਿ ਅਸੀਂ ਹੋਰ ਕਥਾ ਸੁਣੀਏ, ਹੋਰ ਸੁਣੀਏ। ਤੇ ਜੇ ਕਿਤੇ ਸੁਣਨ ਤੋਂ ਵਾਂਝੇ ਰਹਿ ਜਾਣਾ ਤੇ ਫਿਰ ਕਿਤੇ ਹੁਣ ਤਾਂ ਚਲੋ ਸੋਸ਼ਲ ਮੀਡੀਆ ਦਾ ਸਮਾਂ ਹੈ, ਤੇ ਕਈ ਪ੍ਰੇਮੀ ਦੱਸਦੇ ਨੇ ਕਿ ਆਪਾਂ ਪਿਛਲੀ ਕਥਾ ਕੱਢ ਕੇ ਸੁਣਨੀ, ਕਿ ਕਿਤੇ ਕੋਈ ਪ੍ਰਸੰਗ ਰਹਿ ਨਾ ਜਾਵੇ। ਜਿਨ੍ਹਾਂ ਦੇ ਮਨ ਦੀ ਰੁਚੀ ਜਾਗ ਪਵੇ ਕਥਾ ਸੁਣਨ ਦੀ, ਉਹ ਫਿਰ ਇਸ ਜਸ ਤੋਂ ਵਾਂਝੇ ਨਹੀਂ ਰਹਿੰਦੇ। ਕਹਿੰਦੇ ਜਦੋਂ ਸਾਨੂੰ ਕਵੀ ਜੀ ਪਾਸੋਂ ਕਥਾ ਮਿਲੀ ਤੇ ਅਸੀਂ ਤਾਂ ਉਹਨਾਂ ਦਾ ਜਸ ਵੀ ਨਾਲ ਕਰਦੇ ਹਾਂ, ਕਿ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਪੰਥ ਨੂੰ, ਕਿ ਇੰਨਾ ਵਿਸਥਾਰ ਗੁਰੂ ਸਾਹਿਬਾਨਾਂ ਦੇ ਜੀਵਨ ਦਾ ਸਾਡੇ ਤੱਕ ਪਹੁੰਚਾਇਆ। ਇਸੇ ਤਰ੍ਹਾਂ ਜਿਹੜੀਆਂ ਸੰਗਤਾਂ ਭਾਈ ਸਾਹਿਬ ਪਾਸੋਂ ਕਥਾ ਸੁਣ ਰਹੀਆਂ ਨੇ, ਉਹਨਾਂ ਨੇ ਬਾਬਾ ਰਾਮ ਕੋਇਰ ਜੀ ਦੀ ਸਿਫਤ ਕੀਤੀ ਹੈ, ਜੋ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵਿੱਚੋਂ ਸਨ। ਕਹਿੰਦੇ ਬਾਬਾ ਰਾਮ ਕੋਇਰ ਜੀ ਜਿਹੜੇ ਹਨ ਉਹ ਸਰਬੱਗ ਕਹੀਏ ਅੰਤਰਜਾਮੀ ਹਨ, ਕਿਉਂਕਿ ਅੰਤਰਜਾਮਤਾ ਤੋਂ ਬਿਨਾਂ ਇਹ ਖੇਡ ਬਣਦੀ ਵੀ ਨਹੀਂ। ਜੇ ਗੁਰੂ ਕਿਰਪਾ ਕਰੇ ਅੰਤਰਜਾਮਤਾ ਸੀ
ਤੇ ਭਾਈ ਰਾਮ ਕੌਰ ਜੀ ਨੇ ਸਿੰਘਾਂ ਨੂੰ ਕਥਾ ਸੁਣਾਈ, ਕਿਉਂਕਿ ਅੱਗੇ ਇਹ ਦੱਸਣਗੇ ਕਿ ਬ੍ਰਹਮ ਗਿਆਨੀ ਦੇ ਅੱਗੇ ਤਿੰਨੇ ਸਮੇਂ ਜਿਹੜੇ ਨੇ ਉਹ ਆਪ ਮੁਹਾਰੇ ਚੱਲਦੇ ਹਨ। ਇਸ ਲਈ ਇਹਨਾਂ ਕੋਲ ਅੰਤਰਜਾਮਤਾ ਵੀ ਹੈ। ਤੇ ਭਾਈ ਸੰਤੋਖ ਸਿੰਘ ਜੀ ਨੇ ਜਿਹੜਾ ਇਹ ਵਿਸਥਾਰ ਕੀਤਾ ਹੈ ਨਾ, ਇਹਨਾਂ ਕੋਲ ਵੀ ਸਾਧ ਸੰਗਤ ਅੰਤਰਜਾਮਤਾ ਹੈ। ਤੇ ਅੰਤਰਜਾਮਤਾ ਕਮਾਈ ਤੋਂ ਬਿਨਾਂ, ਚੌਂਕੜਾ ਲਾਉਣ ਤੋਂ ਬਿਨਾਂ, ਸਿਮਰਨ ਤੋਂ ਬਿਨਾਂ, ਭਗਤੀ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੀ। ਇਉਂ ਆਮ ਮਨੁੱਖ ਜਿਹੜਾ ਹੈ ਉਹ ਤਾਂ ਕੇਵਲ ਦੁਨਿਆਵੀ ਆਪਾਂ ਪੁਸਤਕਾਂ ਪੜ੍ਹ ਕੇ ਕੋਈ ਗੱਲ ਸੁਣਾ ਸਕਦੇ ਹਾਂ, ਪਰ ਇਹਨਾਂ ਕੋਲ ਤਾਂ ਕਮਾਈ ਕੀਤੀ ਹੋਈ ਅੰਤਰਜਾਮਤਾ ਹੈ। ਇਸ ਲਈ ਇਹਨਾਂ ਦਾ ਜਸ ਭਾਈ ਰਾਮ ਕੌਰ ਜੀ ਦਾ ਸਾਰੀ ਸੰਗਤ ਨੇ ਸੁਣਾਇਆ। ਸਾਰੇ ਕਹਿੰਦੇ ਨੇ ਬਾਬਾ ਰਾਮ ਕੌਰ ਜੀ ਅੰਤਰਜਾਮੀ ਹਨ ਤੇ ਬਹੁਤ ਪ੍ਰਬੀਨ, ਬੜੇ ਚਤੁਰ, ਬੜੇ ਸਿਆਣੇ ਹਨ। ਭੂਤ ਭਵਿੱਖਿਅਤ ਕੇਰ ਬਿਰਤਾਂਤ। ਇਹ ਬ੍ਰਹਮ ਗਿਆਨੀ ਦੀ ਅਵਸਥਾ ਹੁੰਦੀ ਹੈ। ਭੂਤਕਾਲ, ਭਵਿੱਖਤ ਕਾਲ। ਭੂਤਕਾਲ ਜਿਹੜਾ ਲੰਘ ਚੁੱਕਿਆ ਸਮਾਂ ਹੈ ਤੇ ਭਵਿੱਖਤ ਕਾਲ ਜਿਹੜਾ ਆਉਣ ਵਾਲਾ ਸਮਾਂ ਹੈ, ਉਹਦੇ ਸਾਹਮਣੇ ਇਸ ਤਰ੍ਹਾਂ ਹੁੰਦਾ ਹੈ। ਅਸਤਾਮਲ ਸਮਝਿਸ ਉਰ ਗਿਆਤ। ਜਿਸ ਤਰ੍ਹਾਂ ਆਪਣੇ ਹੱਥ ਉੱਤੇ ਔਲਾ ਰੱਖਿਆ ਸਾਹਮਣੇ ਦਿਸ ਜਾਂਦਾ ਹੈ, ਇਸ ਤਰ੍ਹਾਂ ਬ੍ਰਹਮ ਗਿਆਨੀ ਨੂੰ ਆਤਮ ਗਿਆਨ ਹੁੰਦਾ ਹੈ। ਤੇ ਜਿਹੜਾ ਆਤਮ ਗਿਆਨੀ ਹੈ ਨਾ, ਉਹ ਤ੍ਰੈਈ ਕਾਲਦਰਸ਼ੀ ਹੈ ਜੀ। ਤਿੰਨੇ ਸਮੇਂ, ਲੰਘ ਚੁੱਕਿਆ ਸਮਾਂ, ਚੱਲ ਰਿਹਾ ਸਮਾਂ ਅਤੇ ਆਉਣ ਵਾਲਾ ਸਮਾਂ ਜਿਹੜਾ ਹੈ ਉਹਦੇ ਤੋਂ ਉਹ ਜਾਣੂ ਹੁੰਦੇ ਨੇ। ਇਸ ਤਰ੍ਹਾਂ ਇਹਨਾਂ ਦੇ ਅੰਦਰ ਜਿਹੜਾ ਹੈ ਉਹ ਬ੍ਰਹਮ ਗਿਆਨ ਹੈ ਅਤੇ ਆਤਮ ਗਿਆਨੀ ਹਨ। ਹਸਤ ਕਥਾ ਸੁਨਾਏ ਆਨੰਦ ਬਿਲੰਦੇ। ਹਾਂ, ਇਹਨਾਂ ਨੇ ਕਥਾ ਸੁਣਾ ਕੇ ਬਹੁਤਾ ਸੰਗਤ ਦਾ ਆਨੰਦ ਵਧਾਇਆ ਹੈ। ਬ੍ਰਿਧ ਕੋ ਬੰਸ ਉਦਤ ਤੁਮ ਚੰਦੇ। ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵਿੱਚ ਤੁਸੀਂ ਚੰਦਰਮਾ ਦੀ ਤਰ੍ਹਾਂ ਪ੍ਰਗਟ ਹੋਏ। ਬਾਬਾ ਰਾਮ ਕੌਰ ਜੀ, ਤੁਸੀਂ ਬਾਬਾ ਬੁੱਢਾ ਸਾਹਿਬ ਜੀ ਦੀ ਵੰਸ਼ ਦੇ ਵਿੱਚ ਚੰਦਰਮਾ ਦੀ ਤਰ੍ਹਾਂ ਪ੍ਰਗਟ ਹੋਏ ਹੋ। ਜਾਤ ਅਖੀਰ ਨਤਾ ਪ੍ਰਤ ਬਾਹਰ। ਹਾਂਜੀ, ਭਾਈ ਰਾਮ ਕੌਰ ਜੀ ਹਰ ਰੋਜ਼ ਸ਼ਿਕਾਰ ਖੇਡਣ ਵਾਸਤੇ ਬਾਹਰ ਜਾਂਦੇ ਸੀ। ਤਰਸੋ ਨਿਤ ਕਲਗੀ ਤਰ ਜਾਹਰ। ਫਿਰ ਬਾਹਰ ਜਾ ਕੇ ਗੁਰੂ ਕਲਗੀਧਰ ਸਾਹਿਬ ਜੀ ਦੇ ਹਰ ਰੋਜ਼ ਇਹਨਾਂ ਨੂੰ ਦਰਸ਼ਨ ਹੁੰਦੇ ਸੀ। ਇਹ ਵਚਨ ਆਪਾਂ ਪਿੱਛੇ ਸਰਵਣ ਕੀਤੇ ਨੇ, ਕਿਉਂਕਿ ਜਦੋਂ ਦੱਖਣ ਵੱਲ ਸਤਿਗੁਰੂ ਗਏ ਨੇ ਮਹਾਰਾਜ ਅਬਚਲ ਨਗਰ ਨਾਂਦੇੜ ਵੱਲ, ਤੇ ਉਸ ਸਮੇਂ ਬਾਬਾ ਰਾਮ ਕੌਰ ਜੀ ਨੂੰ ਪਿਛਾਂਹ ਮੋੜਿਆ ਤੇ ਬਾਬਾ ਰਾਮ ਕੌਰ ਜੀ ਉਦਾਸ ਦੇਖੇ। ਤੇ ਮਹਾਰਾਜ ਜੀ ਨੇ ਪੁੱਛਿਆ, ਉਦਾਸ ਕਿਉਂ? ਕਹਿੰਦੇ, ਸਤਿਗੁਰੂ ਤੁਹਾਡੇ ਕੋਲੋਂ ਵਿਛੜਨਾ ਤੇ ਇਸ ਤਰ੍ਹਾਂ ਕਿ ਇੱਕ ਖਿਣ 50 ਸਾਲਾਂ ਵਰਗਾ ਬਤੀਤ ਹੋਵੇਗਾ। ਤੇ ਮਹਾਰਾਜ ਜੀ ਨੇ ਕਿਹਾ ਸੀ, ਤੁਹਾਡੇ ਅਸੀਂ ਨਾਲ ਹੋਵਾਂਗੇ। ਜੇ ਪ੍ਰਤੱਖ ਦਰਸ਼ਨ ਕਰਨੇ ਨੇ ਤੇ ਸ਼ਿਕਾਰ ਵੇਲੇ ਹੋਣਗੇ। ਜਿਸ ਤਰ੍ਹਾਂ ਸਤਿਗੁਰੂ ਜੀ ਦੇ ਮਹਿਲ ਸਾਡੇ ਅਤੀ ਸਨਮਾਨਯੋਗ ਮਾਤਾ ਜੀ ਨੂੰ ਗੁਰੂ ਕਲਗੀਧਰ ਸਾਹਿਬ ਜੀ ਨੇ ਨਾਂਦੇੜ ਤੋਂ ਇਸੇ ਤਰ੍ਹਾਂ ਭੇਜਿਆ ਸੀ, ਦਿੱਲੀ ਵੱਲ ਤੋਰਿਆ। ਤੇ ਮਾਤਾ ਜੀ ਨੇ ਕਿਹਾ ਸੀ ਕਿ ਮੈਂ ਤਾਂ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਭੋਜਨ ਵੀ ਆਪਣੇ ਮੁਖ ਨੂੰ ਨਹੀਂ ਲਾਉਂਦੀ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਸੀ ਕਿ ਤੁਸੀਂ ਸਾਡੇ ਸ਼ਸਤਰ ਲੈ ਜਾਓ, ਇਹਨਾਂ ਸ਼ਸਤਰਾਂ ਦੇ ਵਿੱਚੋਂ ਸਾਡੇ ਦਰਸ਼ਨ ਹੋਇਆ ਕਰਨਗੇ। ਅੱਜ ਵੀ ਸਾਧ ਸੰਗਤ ਜੀ ਉਹ ਸ਼ਸਤਰ ਦਿੱਲੀ ਦੀ ਸੰਗਤ ਨੇ ਸੰਭਾਲ ਕੇ ਰੱਖੇ ਹਨ। ਸੋ ਗੁਰੂ ਘਰ ਵਿੱਚ ਉਹਨਾਂ ਸ਼ਸਤਰਾਂ ਦੇ ਦਰਸ਼ਨ ਹੁੰਦੇ ਨੇ। ਇਹ ਗੁਰੂ ਸਾਹਿਬ ਜੀ ਦੀ ਆਪਣੀ ਮੌਜ ਹੈ। ਤੇ ਜੇ ਮਹਾਰਾਜ ਪਟਨੇ ਤੋਂ ਤੁਰਨ ਲੱਗੇ, ਉਸ ਵੇਲੇ ਸੰਗਤਾਂ ਉਦਾਸ ਦੇਖੀਆਂ। ਰਹੀਮ ਬਖਸ਼ ਤੇ ਕਰੀਮ ਬਖਸ਼, ਉਹਨਾਂ ਨੂੰ ਕਿਹਾ ਸੀ ਜਦੋਂ ਤੁਸੀਂ ਨਮਾਜ਼ ਪੜ੍ਹ ਕੇ ਉੱਠੋਗੇ ਉਦੋਂ ਸਾਡੇ ਦਰਸ਼ਨ ਕਰੋਗੇ। ਜੇ ਸਤਿਗੁਰੂ ਜੀ ਦੇ ਚਰਨਾਂ ਦਾ ਭੌਰਾ ਬਣ ਗਿਆ ਉੱਥੋਂ ਦਾ ਰਹਿਣ ਵਾਲਾ ਪੰਡਤ, ਤੇ ਉਹਨੂੰ ਵੀ ਮਹਾਰਾਜ ਨੇ ਕਿਹਾ ਸੀ ਅੰਮ੍ਰਿਤ ਵੇਲੇ ਦੀ ਸਮਾਧੀ ਵੇਲੇ ਤੁਹਾਨੂੰ ਦਰਸ਼ਨ ਦੇਵਾਂਗੇ। ਜੇ ਸੰਗਤ ਵੱਲ ਦੇਖਿਆ ਤੇ ਉਸ ਵੇਲੇ ਸੰਗਤ ਨੂੰ ਕਿਹਾ ਸੀ ਕਿ ਤੁਸੀਂ ਦਰਬਾਰ ਦੇ ਵਿੱਚ ਆਸਾ ਦੀ ਵਾਰ ਦਾ ਕੀਰਤਨ ਸਾਰੀ ਸੰਗਤ ਮਿਲ ਕੇ ਕਰਿਓ, ਦੀਵਾਨ ਵੇਲੇ ਸਾਡੇ ਦਰਸ਼ਨ ਹੋਣਗੇ। ਫਤਿਹ ਚੰਦ ਮੈਣੀ, ਉਹਨਾਂ ਨੂੰ ਕਿਹਾ ਸੀ ਬਾਲਾਂ ਨੂੰ ਬੁਲਾ ਕੇ ਹਰ ਰੋਜ਼ ਜਦੋਂ ਤੁਸੀਂ ਭੋਜਨ ਛਕਾਓਗੇ ਨਾ, ਉਸ ਪੰਗਤ ਵਿੱਚ ਸਾਡੇ ਦਰਸ਼ਨ ਹੋਣਗੇ। ਇਹ ਗੁਰੂ ਸਾਹਿਬ ਜੀ ਦੀ ਆਪਣੀ ਮੌਜ ਹੈ, ਜਿਨ੍ਹਾਂ ਪ੍ਰਤੀ ਗੁਰੂ ਸਾਹਿਬ ਨੇ ਬਚਨ ਕੀਤੇ। ਉਸੇ ਤਰ੍ਹਾਂ ਫਿਰ ਗੁਰੂ ਸਾਹਿਬ ਜੀ ਨੇ, ਕਿਉਂਕਿ ਗੁਰੂ ਦਾ ਬਿਰਦ ਇਹ ਹੈ ਨਾ, ਮਹਾਰਾਜ ਤਾਂ ਇਹ ਕਹਿ ਰਹੇ ਨੇ ਬੋਲੀ ਹੈ ਸੱਚ ਧਰਮ ਝੂਠ ਨਾ ਬੋਲੀ ਹੈ। ਤੇ ਜੇ ਗੁਰੂ ਸਾਹਿਬ ਨੇ ਬਚਨ ਕੀਤੇ ਨੇ ਤੇ ਫਿਰ ਦਰਸ਼ਨ ਨਹੀਂ ਹੋਏ ਹੋਣਗੇ। ਇਹ ਤਾਂ ਸਾਧ ਸੰਗਤ ਉਹਨਾਂ ਦੀ ਕਮਾਈ ਸੀ, ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਬਚਨ ਦਿੱਤੇ ਤੇ ਫਿਰ ਉਹਨਾਂ ਨੂੰ ਨੇਮ ਅਨੁਸਾਰ ਦਰਸ਼ਨ ਵੀ ਬਖਸ਼ੇ ਹਨ। ਇਸ ਤਰ੍ਹਾਂ ਬਾਬਾ ਰਾਮ ਕੌਰ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵਿੱਚੋਂ ਜਦੋਂ ਸ਼ਿਕਾਰ ਖੇਡਣ ਜਾਂਦੇ ਸਨ
ਤੇ ਸ਼ਿਕਾਰ ਵੇਲੇ ਗੁਰੂ ਕਲਗੀਧਰ ਸਾਹਿਬ ਜੀ ਦੇ ਦਰਸ਼ਨ ਕਰਦੇ ਸਨ। ਅਵਚਲ ਨਗਰ ਜਾਤ ਗੁਰ ਕਹਿਓ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਬਚਲ ਨਗਰ ਜਾਣ ਵਕਤ ਇਹ ਵਚਨ ਦਿੱਤਾ ਸੀ। ਸੰਗ ਨ ਤਿਆਗਤ ਜਬ ਚਿਤ ਲਹਿਓ। ਜਦੋਂ ਬਾਬਾ ਰਾਮ ਕੋਇਰ ਜੀ ਸਾਥ ਨਹੀਂ ਸੀ ਛੱਡ ਰਹੇ ਤੇ ਉਸ ਵੇਲੇ ਚਿੱਤ ਵਿੱਚ ਚਾਹੁੰਦੇ ਸੀ ਕਿ ਮੈਂ ਵੀ ਨਾਲ ਚੱਲਾਂ। ਅਮਰੇ ਦਰਸ਼ਨ ਕੋ ਨਿਤ ਚਾਹਤ। ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੇਖਿਆ ਕਿ ਸਾਡੇ ਦਰਸ਼ਨਾਂ ਦੀ ਇਹਨੂੰ ਚਾਹਨਾ ਹੈ, ਇਸ ਹਿਤ ਚਲਬੇ ਸਾਥ ਮਾਹਤ। ਇਸੇ ਕਰਕੇ ਰਾਮ ਕੋਇਰ ਜੀ ਬੜੇ ਉਤਸ਼ਾਹ ਦੇ ਨਾਲ ਸਾਡੇ ਨਾਲ ਅਬਚਲ ਨਗਰ ਨਾਂਦੇੜ ਨੂੰ ਜਾ ਰਹੇ ਹਨ। ਜਾਂ ਤੇ ਤੋਰ ਮਨੋਰਥ ਜੋਈ। ਸਤਿਗੁਰੂ ਜੀ ਨੇ ਕਿਹਾ ਸੀ ਰਾਮ ਕੋਇਰ ਜੀ ਜੋ ਤੁਹਾਡਾ ਮਨੋਰਥ ਹੈ, ਤੁਹਾਡੇ ਮਨ ਦੀ ਇੱਛਾ ਹੈ, ਸਦਨ ਬਸੋ ਪੂਰਾ ਹੈ ਹਮ ਸੋਈ। ਆਪਣੇ ਘਰ ਵਿੱਚ ਹੀ ਰਹੋ, ਤੁਹਾਡੀ ਇੱਛਾ ਪੂਰੀ ਕਰਾਂਗੇ। ਹਿਰਦੈ ਨਾਮ ਵਸਾਏ ਹੋ, ਘਰ ਬੈਠੇ ਗੁਰੂ ਧਿਆਏ ਹੋ। ਜਿਹਨੂੰ ਗੁਰੂ ਸਾਹਿਬ ਜੀ ਨੇ ਦਰਸ਼ਨ ਦੇਣੇ ਉਹਨੂੰ ਘਰ ਬੈਠੇ ਨੂੰ ਵੀ ਸਤਿਗੁਰੂ ਦਰਸ਼ਨ ਬਖਸ਼ ਦਿੰਦੇ, ਕਿਉਂਕਿ ਗੁਰ ਮੇਰਾ ਸੰਗ ਸਦਾ ਹੈ ਨਾਲ। ਗੁਰੂ ਤਾਂ ਹਮੇਸ਼ਾ ਅੰਗ ਸੰਗ ਹੈ, ਬਸ ਲੋੜ ਹੈ ਗੁਰੂ ਦੇ ਉਪਦੇਸ਼ ਨੂੰ ਕਮਾਉਣ ਦੀ। ਜਿਹੜਾ ਉਪਦੇਸ਼ ਨੂੰ ਅੱਠੇ ਪੈਰ ਆਪਣੇ ਹਿਰਦੇ ਵਿੱਚ ਸੰਭਾਲਦਾ ਹੈ, ਗੁਰੂ ਤਾਂ ਹਮੇਸ਼ਾ ਹੀ ਉਹਦੇ ਨਾਲ। ਤੇ ਗੁਰੂ ਸਾਹਿਬ ਨੇ ਰਾਮ ਕੋਇਰ ਜੀ ਨੂੰ ਬਚਨ ਕਿਹਾ ਸੀ ਕਿ ਤੁਸੀਂ ਪਿਛਾਂ ਚਲੇ ਜਾਓ, ਆਪਣੇ ਘਰ ਵਿੱਚ ਰਹੋ, ਉੱਥੇ ਹੀ ਤੁਹਾਨੂੰ ਅਸੀਂ ਦਰਸ਼ਨ ਦੇਵਾਂਗੇ। ਵਹਿਰ ਅਖੀਰ ਚੜੋ ਤਹ ਦਰਸੋ। ਜਦੋਂ ਤੁਸੀਂ ਸ਼ਿਕਾਰ ਨੂੰ ਜਾਵੋਗੇ ਉਦੋਂ ਸਾਡੇ ਦਰਸ਼ਨ ਹੋਣਗੇ। ਜਥਾ ਸੰਗ ਤੈਸੇ ਇਤ ਪਰਸੋ। ਹਾਂ, ਉਸੇ ਤਰ੍ਹਾਂ ਫਿਰ ਤੁਸੀਂ ਪ੍ਰੇਮ ਦੇ ਨਾਲ ਦਰਸ਼ਨ ਕਰਿਓ। ਜਾਂ ਤੇ ਤੁਮਕੋ ਦਰਸ਼ਨ ਦੇਤ। ਇਸ ਲਈ ਤੁਹਾਨੂੰ ਅਸੀਂ ਦਰਸ਼ਨ ਦਵਾਂਗੇ। ਸ੍ਰੀ ਗੋਬਿੰਦ ਸਿੰਘ ਗਿਆਨ ਨਿਕੇਤ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗਿਆਨ ਦੇ ਘਰ ਸਤਿਗੁਰਾਂ ਨੇ ਬਚਨ ਦਿੱਤੇ ਸਨ। ਸਿੰਘ ਤੁਮਾਰੋ ਦਰਸ਼ਨ ਕਰਹੀ। ਹਾਂ, ਜਿਹੜੇ ਸਿੰਘ ਤੁਹਾਡੇ ਦਰਸ਼ਨ ਕਰਨਗੇ, ਜਨਮ ਆਕਾਰਥ ਕੇ ਅਨੁਸਾਰ ਹੀ। ਹਾਂ, ਉਹਨਾਂ ਦੇ ਜਿਹੜਾ ਜਨਮ ਹੈ ਉਹ ਵੀ ਸਫਲਾ ਹੋਵੇਗਾ। ਜਨਮ ਸਕਾਰਥ ਕੇ ਅਨੁਸਾਰ ਹੀ ਉਹਨਾਂ ਦੇ ਜਨਮ ਸਫਲੇ ਹੋਣਗੇ। ਦੂਸਰ ਗੁਣ ਤੁਮ ਕਥਾ ਸੁਣਾਵੋ। ਹਾਂ, ਤੇ ਦੂਸਰਾ ਗੁਣ ਹੈ ਭਾਈ ਰਾਮ ਕੋਇਰ ਜੀ ਇਹ ਕਿਹਾ ਸੀ ਕਿ ਤੁਸੀਂ ਕਥਾ ਸੁਣਾਵੋ। ਸਤਿਗੁਰੂ ਗੁਣ ਗਣ ਬਰਨ ਰਜਾਵੋ। ਸਤਿਗੁਰਾਂ ਦੇ ਗੁਣ ਸੁਣਾ ਕੇ ਸਿੰਘਾਂ ਨੂੰ ਸੰਗਤਾਂ ਨੂੰ ਰਜਾਵੋ, ਪ੍ਰਸੰਨ ਕਰਿਓ। ਤੁਮ ਹੋ ਧਨ ਸਦਾ ਜੁਗ ਲੋਕ। ਹਾਂ, ਤੁਸੀਂ ਦੋਨਾਂ ਲੋਕਾਂ ਵਿੱਚ ਧਨਤਾ ਦੇ ਯੋਗ ਹੋ। ਹਮ ਵੀ ਧਨ ਜੇ ਦਰਸ਼ ਵਿਲੋਕ। ਤੇ ਸੰਗਤਾਂ ਨੇ ਕਿਹਾ ਬਾਬਾ ਰਾਮ ਕੋਇਰ ਜੀ ਨੂੰ, ਬਾਬਾ ਜੀ ਤੁਸੀਂ ਧਨ ਹੋ ਦੋਨਾਂ ਲੋਕਾਂ ਵਿੱਚ ਤੇ ਅਸੀਂ ਵੀ ਧਨ, ਸਾਨੂੰ ਤੁਹਾਡੇ ਦਰਸ਼ਨ ਹੋ ਰਹੇ। ਤੁਸੀਂ ਦਰਸ਼ਨ ਕੀਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਤੇ ਅਸੀਂ ਤੁਹਾਡੇ ਦਰਸ਼ਨਾਂ ਵਿੱਚੋਂ ਗੁਰੂ ਦੇ ਦਰਸ਼ਨ ਕਰ ਲਏ, ਇਸ ਲਈ ਅਸੀਂ ਵੀ ਧਨ ਹਾਂ। ਇਹ ਰਾਵਰ ਕੋ ਬਾੜੇ ਉਪਕਾਰਾ। ਇਹ ਬਾਬਾ ਰਾਮ ਕੋਇਰ ਜੀ ਆਪ ਜੀ ਦਾ ਬਹੁਤ ਵੱਡਾ ਪਰਉਪਕਾਰ ਹੈ। ਕਥਾ ਸੁਣਾਈ ਕਰ ਵਿਸਤਾਰਾ। ਇਹ ਆਪ ਜੀ ਨੇ ਵਿਸਥਾਰ ਸਹਿਤ ਗੁਰੂ ਸਾਹਿਬਾਨਾਂ ਦੀ ਕਥਾ ਸੁਣਾਈ ਹੈ। ਅਬ ਆਗਲ ਇਤਿਹਾਸ ਬਖਾਨੋ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਸੰਗਤ ਜੀ ਹੁਣ ਅਗਲਾ ਇਤਿਹਾਸ ਸੁਣੋ। ਹਰ ਗੋਬਿੰਦ ਜਿਮ ਉਤਸਵ ਠਾਨੋ। ਜਿਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਉਤਸ਼ਾਹ ਹੋਏ ਹਨ, ਸ੍ਰੀ ਅਰਜਨ ਜਿਮ ਕੀਰ ਚਲਾਨੋ। ਫਿਰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਲਾਹੌਰ ਦੀ ਧਰਤੀ ਤੇ ਸੱਚਖੰਡ ਪਿਆਨਾ ਕੀਤਾ, ਕਰ ਚੰਦੂ ਕੋ ਚਲਨ ਬਹਾਨੋ। ਫਿਰ ਬਹਾਨਾ ਬਣਾਇਆ ਇਸ ਸੰਸਾਰ ਤੋਂ ਚੱਲਣ ਦਾ ਇੱਕ ਚੰਦੂ ਨੂੰ। ਇਹ ਤਾਂ ਇੱਕ ਬਹਾਨਾ ਸੀ, ਹੁਕਮ ਤਾਂ ਗੁਰੂ ਸਾਹਿਬ ਦਾ ਆਪਣਾ ਹੀ ਸੀ। ਤੇ ਆਪ ਹੀ ਮਹਾਰਾਜ ਜੀ ਨੇ ਸਮੇਂ ਵਿੱਚ ਤਬਦੀਲੀ ਲਿਆਉਣ ਵਾਸਤੇ ਫਿਰ ਸਤਿਗੁਰਾਂ ਨੇ ਇੱਕ ਕ੍ਰਾਂਤੀ ਦੀ ਲਹਿਰ ਲਿਆਉਣ ਵਾਸਤੇ ਮਹਾਰਾਜ ਨੇ ਸ਼ਹਾਦਤ ਦਿੱਤੀ ਤੇ ਬਹਾਨਾ ਜਿਹੜਾ ਸੀ ਉਹ ਚੰਦੂ ਦਾ ਬਣਾਇਆ। ਸਕਲ ਕਥਾ ਵਿਸਤਾਰ ਸੁਣਾਵੋ। ਭਾਈ ਸਾਹਿਬ ਕਹਿੰਦੇ ਨੇ ਸੰਗਤ ਜੀ ਸਾਰੀ ਕਥਾ ਮੈਂ ਆਪ ਜੀ ਨੂੰ ਵਿਸਥਾਰ ਸਹਿਤ ਸੁਣਾਵਾਂਗਾ। ਹਮਹਿ ਨਿਹਾਲ ਕਰੋ ਹਰ ਖਾਵੋ। ਫਿਰ ਸਾਰੀ ਸੰਗਤ ਨੇ ਬੇਨਤੀ ਕੀਤੀ ਹੈ ਭਾਈ ਸਾਹਿਬ ਆਪ ਜੀ ਸਾਰੀ ਕਥਾ ਸਾਨੂੰ ਵਿਸਥਾਰ ਸਹਿਤ ਸੁਣਾਵੋ ਤੇ ਸੁਣਾ ਕੇ ਨਿਹਾਲ ਕਰੋ। ਇਮ ਸਿੰਘਣ ਕੀ ਸੁਨ ਕਰ ਬਿਨੈ। ਇਸ ਤਰ੍ਹਾਂ ਸਿੰਘਾਂ ਦੀ ਬੇਨਤੀ ਸੁਣ ਕੇ ਰਾਮ ਕੋਇਰ ਗਨ ਆਨੰਦ ਭੁਖਸਣੈ। ਬਾਬਾ ਰਾਮ ਕੋਇਰ ਜੀ ਬਹੁਤ ਪ੍ਰਸੰਨ ਹੋਏ ਹਨ। ਸਰੋਤਨ ਕੋ ਬਹੁ ਭਾਂਤ ਸਰਾਹਿਓ। ਫਿਰ ਸਰੋਤਿਆਂ ਨੂੰ ਬਾਬਾ ਰਾਮ ਕੋਇਰ ਜੀ ਨੇ ਬਹੁਤ ਸਲਾਹਿਆ ਹੈ। ਜਿਨ ਬਹੁ ਸਿੱਖੀ ਧਰਮ ਨਿਬਾਹਿਓ। ਜਿਨ੍ਹਾਂ ਨੇ ਸਿੱਖੀ ਦਾ ਧਰਮ ਨਿਭਾਇਆ ਹੈ। ਜਨਮ ਸਫਲ ਆਪਣੋ ਕਰ ਲੀਨਸ। ਐ ਸਿੱਖੋ ਗੁਰਮੁਖ ਪਿਆਰਿਓ ਤੁਸੀਂ ਆਪਣਾ ਜਨਮ ਸਫਲਾ ਕਰ ਲਿਆ। ਕਥਾ ਸੁਣਨ ਪਰ ਚਿਤ ਹਿਤ ਦੀਨਸ। ਤੁਸੀਂ ਕਥਾ ਸੁਣਨ ਵਾਸਤੇ ਆਪਣਾ ਚਿੱਤ ਦਿੱਤਾ ਹੈ ਨਾ। ਜਿਹੜਾ ਚਿੱਤ ਦੇ ਕੇ ਗੁਰੂ ਦਾ ਜਸ ਸੁਣਨ ਲੱਗ ਪੈਂਦਾ ਹੈ ਉਹ ਗੁਰੂ ਦੇ ਨੇੜੇ ਹੋ ਜਾਂਦਾ ਹੈ। ਤੇ ਜਿਹਨੂੰ ਗੁਰੂ ਸਾਹਿਬ ਆਪਣੀ ਨੇੜਤਾ ਦੇ ਦੇਣ ਉਹਦਾ ਜਨਮ ਸਫਲਾ ਹੋ ਜਾਂਦਾ ਹੈ। ਇਸ ਲਈ ਬਾਬਾ ਰਾਮ ਕੋਇਰ ਜੀ ਦੇ ਅੱਗੇ ਸਰੋਤਿਆਂ ਦੀ ਰੁਚੀ ਜਾਗੀ ਨਾ ਤੇ ਸਰੋਤੇ ਕਹਿਣ ਲੱਗੇ ਬਾਬਾ ਜੀ ਅਗਲੀ ਕਥਾ ਵੀ ਤੁਸੀਂ ਸੁਣਾਓ ਗੁਰੂ ਸਾਹਿਬ ਜੀ ਦੀ।
ਤੇ ਬਾਬਾ ਰਾਮ ਕੌਰ ਜੀ ਸੁਣ ਕੇ ਬੜੇ ਪ੍ਰਸੰਨ ਹੋਏ, ਕਿਉਂਕਿ ਜਦੋਂ ਸਰੋਤੇ ਦੀ ਰੁਚੀ ਹੋਵੇ ਤੇ ਫਿਰ ਜਿਹੜਾ ਵਕਤਾ ਹੈ ਉਹਨੂੰ ਵੀ ਆਨੰਦ ਬਣਦਾ ਹੈ। ਤੇ ਜੇ ਸਰੋਤੇ ਅੰਦਰ ਸੁਣਨ ਦੀ ਰੁਚੀ ਨਾ ਹੋਵੇ ਤੇ ਫਿਰ ਆਪਾਂ ਬਚਨ ਬਾਣੀ ਦੇ ਪੜ੍ਹਦੇ ਹਾਂ ਕਿ ਜੇ ਬਿਨਾਂ ਗਾਹਕ ਤੋਂ ਗੁਣ ਵੇਚਿਆ ਜਾਵੇ ਤੇ ਉੱਥੇ ਉਹਦਾ ਮੁੱਲ ਬਹੁਤਾ ਨਹੀਂ ਪੈਂਦਾ। ਵਿਣ ਗਾਹਕ ਗੁਣ ਵੇਚੀਐ ਤਉ ਗੁਣ ਸਹਿਗੂ ਜਾਏ, ਗੁਣ ਕਾ ਗਾਹਕ ਜੇ ਮਿਲੇ ਤਉ ਗੁਣ ਲਾਖ ਵਕਾਏ। ਜੇ ਗੁਣ ਦਾ ਗਾਹਕ ਹੋਵੇ ਤੇ ਫਿਰ ਉੱਥੇ ਤਾਂ ਲੱਖਾਂ ਮੁੱਲ ਤਾਰ ਕੇ ਵੀ ਉਹ ਗੁਣ ਖਰੀਦਿਆ ਜਾਂਦਾ ਹੈ, ਉਹਦੀ ਪ੍ਰਾਪਤੀ ਕੀਤੀ ਜਾਂਦੀ ਹੈ ਜਿਹਨੂੰ ਉਸ ਦੀ ਕਦਰ ਹੋਵੇ। ਇਸ ਲਈ ਜੇ ਸਰੋਤੇ ਦੇ ਮਨ ਵਿੱਚ ਉਤਸ਼ਾਹ ਹੋਵੇ ਤੇ ਵਕਤਾ ਵੀ ਫਿਰ ਆਨੰਦ ਨਾਲ ਸੁਣਾਉਂਦਾ ਹੈ। ਜਦੋਂ ਸਰੋਤਿਆਂ ਦੀ ਰੁਚੀ ਜਾਗੀ ਤੇ ਭਾਈ ਸਾਹਿਬ ਨੂੰ ਬੇਨਤੀ ਕੀਤੀ, ਬਾਬਾ ਜੀ ਹੋਰ ਗੁਰੂ ਸਾਹਿਬ ਦੀ ਕਥਾ ਸੁਣਾਓ। ਤੇ ਸੁਣ ਕੇ ਬਾਬਾ ਰਾਮ ਕੌਰ ਬੜੇ ਪ੍ਰਸੰਨ ਹੋਏ, ਕਹਿਣ ਲੱਗੇ ਸਰੋਤਾ ਜਨੋ ਤੁਸੀਂ ਧੰਨ ਹੋ ਗੁਰਸਿੱਖੋ, ਤੁਹਾਡੀ ਕਥਾ ਸੁਣਨ ਦੀ ਰੁਚੀ ਜਾਗੀ ਤੇ ਤੁਹਾਨੂੰ ਗੁਰੂ ਸਾਹਿਬ ਦੀ ਨੇੜਤਾ ਮਿਲੀ ਹੈ ਤੇ ਤਾਂ ਹੀ ਮਨ ਦਾ ਜਿਹੜਾ ਪ੍ਰੇਮ ਹੈ, ਚਾਹ ਹੈ ਗੁਰੂ ਦਾ ਜਸ ਸੁਣਨ ਲਈ, ਤੁਸੀਂ ਇਹ ਜਨਮ ਸਫਲਾ ਕੀਤਾ ਹੈ। ਤੁਮਰੇ ਉਰ ਕੋ ਨਿਸ਼ਚਾ ਹੇਰੇ, ਤੁਹਾਡੇ ਹਿਰਦੇ ਦਾ ਨਿਸ਼ਚਾ ਦੇਖ ਕੇ ਆਨੰਦ ਅਧਿਕ ਆਨੰਦ ਉਮਗਤੋ ਮੇਰਾ, ਮੇਰੇ ਮਨ ਵਿੱਚ ਵੀ ਬਹੁਤਾ ਜਿਹੜਾ ਆਨੰਦ ਵਧਿਆ ਹੈ। ਤੇ ਜੇ ਸੁਣਨ ਵਾਲਾ ਹੀ ਬਹੁਤਾ ਧਿਆਨ ਨਾ ਦੇਵੇ, ਸੁਣਨ ਵਾਲਾ ਹੀ ਕਵੇ ਮੇਰਾ ਚਿੱਤ ਨਹੀਂ ਕਰ ਰਿਹਾ, ਤੇ ਸੁਣਾਉਣ ਵਾਲੇ ਦਾ ਚਿੱਤ ਕੀ ਕਰੇਗਾ। ਬਾਬਾ ਰਾਮ ਕੌਰ ਜੀ ਕਹਿੰਦੇ ਗੁਰਸਿੱਖੋ ਤੁਹਾਡਾ ਚਾਅ ਦੇਖ ਕੇ ਨਾ ਮੇਰੇ ਮਨ ਦਾ ਆਨੰਦ ਵੀ ਬਹੁਤਾ ਵਧਿਆ ਹੈ। ਰੁਚੀ ਅਨੁਸਾਰ ਕਹੋ ਇਤਿਹਾਸਾ, ਮੈਂ ਰੁਚੀ ਅਨੁਸਾਰ ਅੱਗੇ ਗੁਰੂ ਸਾਹਿਬ ਦਾ ਇਤਿਹਾਸ ਤੁਹਾਨੂੰ ਸੁਣਾਉਣਾ ਹਾਂ। ਸਰਬ ਖਾਲਸਾ ਸ਼ੁਭ ਸਭ ਪਾਸਾ, ਸਾਰਾ ਖਾਲਸਾ ਬਾਬਾ ਰਾਮ ਕੌਰ ਜੀ ਦੇ ਪਾਸ ਬੈਠਾ ਹੈ। ਸ੍ਰੀ ਅਰਜਨ ਕੋ ਸੁਨੋ ਚਲਾਨਾ, ਕਹਿੰਦੇ ਸੁਣੋ ਜਿਸ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਲਾਹੌਰ ਦੀ ਧਰਤੀ ਤੇ ਸ਼ਹਾਦਤ ਹੋਈ ਸੀ, ਹੁਣ ਸ੍ਰੀ ਹਰਗੋਬਿੰਦ ਅਗਿਆਨਾ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਸ ਤਰ੍ਹਾਂ ਅਖਿਆਨਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋ ਅਖਿਆਨ ਹੈ, ਮਹਾਰਾਜ ਜੀ ਦੇ ਜੀਵਨ ਕੌਤਕਾਂ ਦੇ ਜਿਹੜੇ ਪ੍ਰਸੰਗ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੋ ਕਥਾ ਹੈ ਉਹ ਸੁਣੋ। ਪੂਰਬ ਵਿਆਹ ਹੋਣ ਕੀ ਕਥਾ, ਪਹਿਲਾਂ ਗੁਰੂ ਸਾਹਿਬ ਜੀ ਦੇ ਵਿਆਹ ਦੀ ਕਥਾ ਜਿਹੜੀ ਹੈ, ਜਿਹੜੇ ਕਥਾ ਵਿਆਹ ਦੇ ਪ੍ਰਸੰਗ ਹਨ, ਵਰਣਨ ਕਰੋ ਭਈ ਬਿਦ ਜਥਾ, ਜਿਸ ਤਰ੍ਹਾਂ ਸਤਿਗੁਰੂ ਜੀ ਦਾ ਵਿਆਹ ਹੋਇਆ, ਕੀ ਕਾਰਨ ਪਹਿਲਾਂ ਬਣਿਆ, ਉਹ ਵੀ ਮੈਂ ਤੁਹਾਨੂੰ ਸੁਣਾਉਣਾ ਹਾਂ, ਵਰਣਨ ਕਰਦਾ ਹਾਂ। ਤੁਰਕੇਸ਼ਵਰ ਕੇ ਸੰਗ ਮਿਲਾਪਣ, ਜਿਸ ਤਰ੍ਹਾਂ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਾਦਸ਼ਾਹ ਦੇ ਨਾਲ ਮਿਲਾਪ ਹੋਇਆ, ਚੰਦੂ ਪਾਪੀ ਕੋ ਪੁਨਖਾਪਣ, ਜਹਾਂਗੀਰ ਦੇ ਨਾਲ ਮਿਲਾਪ ਹੋਣ ਤੋਂ ਬਾਅਦ ਜਿਹੜਾ ਚੰਦੂ ਪਾਪੀ ਦੁਸ਼ਟ ਸੀ ਉਸ ਨੂੰ ਕਿਸ ਤਰ੍ਹਾਂ ਫੜ ਕੇ ਲਿਆਂਦਾ ਤੇ ਫਿਰ ਕਿਸ ਤਰ੍ਹਾਂ ਉਸ ਨੂੰ ਨਾਸ਼ ਕੀਤਾ। ਦਿੱਲੀ ਪਦ ਕੇ ਰਹਿਬੋ ਸੰਗ, ਤੇ ਬਾਦਸ਼ਾਹ ਦੇ ਨੇੜੇ ਕੁਝ ਸਮਾਂ ਰਹੇ ਹਨ, ਬਿਗਰ ਪਰੇ ਤਬ ਝੂਟੇ ਜੰਗ, ਪਰ ਬਾਅਦ ਵਿੱਚ ਕਿਸ ਤਰ੍ਹਾਂ ਬਾਦਸ਼ਾਹ ਦੇ ਨਾਲ ਵਿਗਾੜ ਪਿਆ ਤੇ ਫਿਰ ਜੰਗ ਦੇ ਕਾਰਨ ਬਣੇ। ਸੈਨਾ ਤੁਰਕਨ ਕੀ ਗਨ ਘਾਈ, ਵੱਡੀ ਫਿਰ ਤੁਰਕਾਂ ਦੀ ਜਿਹੜੀ ਸੈਨਾ ਸੀ ਉਹ ਘਾਈ ਖਤਮ ਕੀਤੀ। ਤੁਰਕਾਂ ਨੂੰ ਮਾਣ ਸੀ, ਬਹੁਤਾ ਹੰਕਾਰ ਸੀ ਤੁਰਕਾਂ ਨੂੰ, ਤੇ ਫਿਰ ਕਿਸ ਤਰ੍ਹਾਂ ਬਾਦਸ਼ਾਹ ਦੇ ਨਾਲ ਵਿਗਾੜ ਪਿਆ ਤੇ ਤੁਰਕਾਂ ਦੀ ਬਹੁਤੀ ਸੈਨਾ ਜਿਹੜੀ ਸੀ ਉਹ ਖਤਮ ਕੀਤੀ। ਬਚੇ ਸੂਰ ਸੇ ਗਏ ਪਲਾਈ, ਕਿਸ ਤਰ੍ਹਾਂ ਜਿਹੜੇ ਤੁਰਕਾਂ ਦੇ ਆਪਣੇ ਆਪ ਨੂੰ ਸੂਰਮੇ ਕਹਾਉਂਦੇ ਸਨ, ਵਿੱਚੇ ਹੀ ਜੰਗ ਛੱਡ ਕੇ ਭੱਜਦੇ ਰਹੇ। ਇਸੇ ਤਰ੍ਹਾਂ ਪਹਿਲਾ ਜੰਗ ਲੋਹਗੜ੍ਹ ਦਾ, ਦੂਜਾ ਹਰਗੋਬਿੰਦਪੁਰੇ ਦਾ, ਤੀਸਰਾ ਜੰਗ ਜਿਹੜਾ ਉਹ ਮਹਾਰਾਜ ਦੀ ਧਰਤੀ, ਤੇ ਚੌਥਾ ਜੰਗ ਜਿਹੜਾ ਹੈ ਉਹ ਕਰਤਾਰਪੁਰ ਦੀ ਧਰਤੀ ਤੇ ਹੋਇਆ। ਪਰ ਜਿਹੜੇ ਤੁਰਕ ਚੜ੍ਹ ਕੇ ਆਏ ਸਨ, ਸਿੱਖਾਂ ਦੀ ਸੂਰਬੀਰਤਾ ਦੇਖ ਕੇ, ਬਹਾਦਰੀ ਦੇ ਕਰਤੱਵ ਦੇਖ ਕਰਕੇ ਵਿੱਚੇ ਜੰਗ ਛੱਡ ਕੇ ਤੁਰਕ ਕਿਸ ਤਰ੍ਹਾਂ ਭੱਜੇ। ਦੇਸ਼ ਮਾਲਵੇ ਮਹਿੰਗੁਰ ਗਏ, ਫਿਰ ਸਤਿਗੁਰੂ ਜੀ ਮਾਲਵੇ ਦੇਸ਼ ਵਿੱਚ ਗਏ। ਅਨਕ ਬਿਲਾਸ ਕਰਤ ਤਹ ਭਏ, ਉਸ ਮਾਲਵੇ ਦੀ ਧਰਤੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਨੇਕਾਂ ਹੀ ਕੌਤਕ ਕੀਤੇ ਹਨ। ਇਤਿਆਦਿਕ ਸਤਿਗੁਰ ਕੀ ਕਥਾ, ਇਤਿਆਦਿਕ ਸਾਰੀ ਗੁਰੂ ਸਾਹਿਬ ਜੀ ਦੀ ਜੋ ਕਥਾ ਹੋਈ ਹੈ, ਭਈ ਜਥਾ ਮੈਂ ਵਰਨੋ ਤਥਾ, ਜਿਸ ਤਰ੍ਹਾਂ ਹੋਈ ਹੈ ਉਸ ਤਰ੍ਹਾਂ ਮੈਂ ਵਰਣਨ ਕਰਦਾ ਹਾਂ। ਮਹਾ ਮਹਾਤਮ ਸੁਨਬੇ ਕੇਰਾ, ਕਥਾ ਸੁਣਨ ਦਾ, ਗੁਰੂ ਸਾਹਿਬ ਦਾ ਇਤਿਹਾਸ ਸੁਣਨ ਦਾ, ਮਹਾਰਾਜ ਦਾ ਜਸ ਸੁਣਨ ਦਾ ਵੱਡਾ ਮਹਾਤਮ ਹੈ। ਸਰਦਾ ਸਹਿਤ ਨਾ ਹੋਏ ਜਗ ਫੇਰਾ, ਜਿਹੜਾ ਸ਼ਰਧਾ ਦੇ ਸਹਿਤ ਕਥਾ ਸੁਣਦਾ ਹੈ ਨਾ ਹੋਏ ਜਗ ਫੇਰਾ, ਉਹਦਾ ਇਸ ਜਗ ਵਿੱਚ ਸੰਸਾਰ ਵਿੱਚ ਮੁੜ ਫੇਰਾ ਨਹੀਂ ਪੈਂਦਾ। ਕਿਸ ਤਰ੍ਹਾਂ, ਕਿਉਂਕਿ ਗੁਰੂ ਸਾਹਿਬ ਦਾ ਜਸ ਸੁਣ ਕੇ, ਉਪਦੇਸ਼ ਸੁਣ ਕੇ ਜਦੋਂ ਸਿੱਖ ਉਹਦੀ ਕਮਾਈ ਕਰਦਾ ਹੈ, ਤੇ ਜਿਹੜਾ ਕਮਾਈ ਵਾਲਾ ਹੈ ਉਹ ਮੁੜ ਬੰਧਨਾਂ ਵਿੱਚ ਵੱਜਦਾ ਨਹੀਂ, ਉਹ ਆਤਮ ਗਿਆਨੀ ਹੋ ਜਾਂਦਾ ਹੈ। ਤੇ ਆਤਮ ਗਿਆਨੀ ਜਿਹੜਾ ਹੈ ਉਹ ਫਿਰ ਸਰੀਰਾਂ ਤੋਂ ਉੱਪਰ ਉੱਠ ਜਾਂਦਾ ਹੈ।
ਇਹ ਸੰਸਾਰ ਤੋਂ ਉੱਪਰ ਉੱਠ ਜਾਂਦਾ ਹੈ, ਉਹਦੀ ਐਸੀ ਅਵਸਥਾ ਬਣ ਜਾਂਦੀ ਹੈ। ਇਸ ਲਈ ਬਾਬਾ ਰਾਮ ਕੋਇਰ ਜੀ ਕਹਿੰਦੇ ਜਿਹੜਾ ਵੀ ਕਥਾ ਪ੍ਰੇਮ ਦੇ ਨਾਲ ਸੁਣੇਗਾ ਉਹਦਾ ਫਿਰ ਜਗਤ ਵਿੱਚ ਸੰਸਾਰ ਵਿੱਚ ਫੇਰਾ ਨਹੀਂ ਪਏਗਾ। ਸਤਿਗੁਰ ਕੋ ਪਦ ਪੰਕਜ ਪ੍ਰੇਮੂ। ਸਤਿਗੁਰੂ ਜੀ ਦੇ ਚਰਨਾਂ ਕਮਲਾਂ ਦੇ ਨਾਲ ਪਿਆਰ ਵਧੇਗਾ, ਕਿਉਂਕਿ ਜਿਉਂ-ਜਿਉਂ ਆਪਾਂ ਗੁਰੂ ਸਾਹਿਬ ਦੇ ਪ੍ਰਸੰਗ ਸੁਣਦੇ ਹਾਂ, ਗੁਰਸਿੱਖਾਂ ਦੇ ਸੁਣਦੇ ਹਾਂ, ਕਿਸ ਤਰ੍ਹਾਂ ਗੁਰੂ ਸਿੱਖਾਂ ਨੇ ਗੁਰੂ ਸਾਹਿਬ ਜੀ ਦੇ ਨੇੜੇ ਰਹਿ ਕੇ ਸਿੱਖੀ ਕਮਾਈ, ਕਿਸ ਤਰ੍ਹਾਂ ਗੁਰੂ ਸਾਹਿਬਾਨਾਂ ਨਾਲ ਪ੍ਰੇਮ ਕੀਤਾ, ਇੰਨਾ ਪ੍ਰੇਮ ਕੀਤਾ ਕਿ ਆਪਣੇ ਤਨ ਦਾ ਵੀ ਬੇਰਾ ਬੇਰਾ ਕਰਾ ਦਿੱਤਾ, ਪਰ ਪਿਛਾਂਹ ਨਹੀਂ ਸੀ ਹਟੇ, ਸਿੱਖੀ ਤੋਂ ਮੁਨਕਰ ਨਹੀਂ ਹੋਏ। ਇਉਂ ਜਸ ਸੁਣ ਕੇ ਮਨ ਵਿੱਚ ਗੁਰੂ ਸਾਹਿਬ ਦੇ ਨਾਲ ਪਿਆਰ ਵੱਧਦਾ ਹੈ। ਵਧਹਿ ਦੇਤ ਜੋ ਜੋਗ ਸੋ ਛੇਮੂ। ਤੇ ਫਿਰ ਪਿਆਰ ਵਧਣ ਦੇ ਨਾਲ ਜਿਹਦੇ ਅੰਦਰ ਗੁਰੂ ਪ੍ਰਤੀ ਪ੍ਰੇਮ ਵਧੇ ਤੇ ਫਿਰ ਗੁਰੂ ਸਾਹਿਬ ਉਹਦੀ ਕਲਿਆਣ ਕਰਦੇ ਹਨ, ਉਹ ਕਲਿਆਣ ਦੇ ਸਹਿਤ ਹੋ ਜਾਂਦਾ ਹੈ। ਸੁਤ ਬਿਤ ਆਦ ਕਾਮਨਾ ਜੋਈ। ਪੁੱਤਰ ਧਨ ਦੀ ਪ੍ਰਾਪਤੀ ਆਦ ਜੋ ਵੀ ਕਿਸੇ ਦੀ ਕਾਮਨਾ ਹੈ, ਸਰੋਤਨ ਕੋ ਸਭ ਦੇਵਤ ਸੋਈ। ਸਰੋਤੇ ਜਨਾਂ ਨੂੰ ਉਹ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕਿਉਂਕਿ ਜਿਹੜਾ ਪ੍ਰੇਮ ਦੇ ਨਾਲ ਗੁਰੂ ਕਾ ਜਸ ਗਾਉਂਦਾ ਤੇ ਸੁਣਦਾ ਹੈ, ਕਮਾਈ ਕਰਦਾ ਹੈ, ਉਸ ਨੂੰ ਕਿਸੇ ਪਦਾਰਥ ਦੀ ਕਮੀ ਨਹੀਂ ਰਹਿਣ ਦਿੰਦੇ। ਦੇਹ ਅਰੋਗ ਰੋਗ ਕੋ ਘਾਤਕ। ਦੇਹ ਅਰੋਗਤਾ ਪ੍ਰਾਪਤ ਹੁੰਦੀ ਹੈ, ਰੋਗਾਂ ਦਾ ਨਾਸ਼ ਹੁੰਦਾ ਹੈ। ਅਨੇਕ ਭਾਂਤ ਕੇ ਪਾਤਕ ਹਾਤਕ। ਅਨੇਕਾਂ ਤਰ੍ਹਾਂ ਦੇ ਪਾਪ ਜਿਹੜੇ ਨੇ ਉਹ ਨਾਸ਼ ਹੋਣਗੇ। ਮ੍ਰਿਤਕ ਪਿਸ਼ਾਰੀ ਵਰਨੰ ਜੋਈ। ਹਾਂ, ਜਿਹੜਾ ਮ੍ਰਿਤਕ ਪਿਸ਼ਾਰੀ ਜਦੋਂ ਪ੍ਰਾਣੀ ਚੜ੍ਹਾਈ ਕਰ ਜਾਵੇ ਉਹਦੇ ਪ੍ਰਤੀ ਵੀ ਕਥਾ ਕੀਤੀ ਜਾਵੇ। ਇਹ ਪਰਲੋਕ ਵਿਖੈ ਗਤ ਹੋਏ। ਪਰ ਲੋਕ ਵਿੱਚ ਵੀ ਉਹਦੀ ਗਤੀ ਹੁੰਦੀ ਹੈ। ਤੇ ਜੇ ਕੋਈ ਤਰਕ ਕਰਕੇ ਕਵੇ ਕਿ ਜੀ ਜਿਹੜਾ ਪ੍ਰਾਣੀ ਚੜ੍ਹਾਈ ਕਰ ਗਿਆ ਉਹਦਾ ਬਾਣੀ ਕਿਸ ਤਰ੍ਹਾਂ ਉਧਾਰ ਕਰਦੀ ਹੈ, ਤੇ ਗੁਰੂ ਪੰਚਮ ਪਾਤਸ਼ਾਹ ਜੀ ਦੇ ਆਪਾਂ ਬਚਨ ਪੜ੍ਹਦੇ ਹਾਂ, ਜਿਸ ਸਿਮਰਤ ਸਭ ਕਿਲ ਬਿਖ ਨਾਸੈ ਪਿਤਰੀ ਹੋਏ ਉਧਾਰੋ। ਜਿਸ ਪ੍ਰਮਾਤਮਾ ਦੇ ਨਾਮ ਦਾ ਭਜਨ ਕੀਤਿਆਂ, ਸਿਮਰਨ ਕੀਤਿਆਂ ਪਿਤਰਾਂ ਦਾ ਵੀ ਉਧਾਰ ਹੁੰਦਾ ਹੈ। ਸਤਿਗੁਰੂ ਕਹਿੰਦੇ ਨੇ ਸੋ ਹਰ ਹਰ ਤੁਮ ਸਦ ਹੀ ਜਾਪੋ ਜਾ ਕਾ ਅੰਤ ਨਾ ਪਾਰ। ਉਸ ਪ੍ਰਮਾਤਮਾ ਦਾ ਭਜਨ ਸਿਮਰਨ ਤੁਸੀਂ ਵੀ ਕਰੋ, ਜਿਹਦਾ ਸਿਮਰਨ ਜਿਹੜਾ ਹੈ, ਜਿਹਦਾ ਸਰੂਪ ਪਾਰਾਵਾਰ ਤੋਂ ਰਹਿਤ ਹੈ। ਇਸ ਲਈ ਭਾਈ ਸਾਹਿਬ ਕਹਿੰਦੇ ਜਿਹੜਾ ਵੀ ਪ੍ਰੇਮ ਦੇ ਨਾਲ ਕਥਾ ਸੁਣੇਗਾ ਉਹ ਰੋਗਾਂ ਤੋਂ ਰਹਿਤ ਹੋਵੇਗਾ, ਅੰਤ ਉਹਦੀ ਕਲਿਆਣ ਹੋਵੇਗੀ। ਸੰਕਟ ਸਕਲ ਨਾਸ਼ ਕੋ ਕਰਤਾ। ਸਾਰੇ ਸੰਕਟ ਜਿਹੜੇ ਨੇ ਗੁਰੂ ਦਾ ਜਸ ਨਾਸ਼ ਕਰਨ ਵਾਲੇ ਹਨ। ਮਹਾ ਧਰਮ ਕੋ ਉਰਮਹਿ ਧਰਤਾ। ਫਿਰ ਵੱਡਾ ਧਰਮ ਜਿਹੜਾ ਹੈ ਉਹ ਹਿਰਦੇ ਵਿੱਚ ਧਾਰਨ ਕਰ ਲੈਂਦਾ ਹੈ ਜਿਹੜਾ ਕਥਾ ਸੁਣਦਾ ਹੈ। ਸਦਾ ਸਰਦਾ ਕਰ ਜੋ ਸੁਨੈ ਸੁਨਾਵਾ। ਜਿਹੜਾ ਸ਼ਰਧਾ ਦੇ ਨਾਲ ਕਥਾ ਸੁਣੇਗਾ ਤੇ ਸੁਣਾਵੇਗਾ, ਅੰਤ ਸਮੇਂ ਗੁਰ ਤੇ ਗਤ ਪਾਵਾ। ਅੰਤਲੇ ਸਮੇਂ ਗੁਰੂ ਸਾਹਿਬ ਉਹਦੀ ਕਲਿਆਣ ਕਰਨਗੇ। ਦੋਹਰਾ ਸੁਨੋ ਕਥਾ ਸਾਵਧਾਨ ਹੋਆ। ਹਾਂ, ਭਾਈ ਸਾਹਿਬ ਕਹਿੰਦੇ ਨੇ ਸੰਗਤ ਜੀ ਹੁਣ ਸਾਵਧਾਨ ਹੋ ਕੇ ਅੱਗੇ ਕਥਾ ਸੁਣੋ। ਸਰੋਤਾ ਸਿੱਖ ਸਮੁਦਾਇ। ਐ ਸਰੋਤਾ ਜਨੋ ਅਤੇ ਸਾਰੀ ਸਿੱਖ ਸੰਗਤ ਜੀ ਸਾਵਧਾਨ ਹੋ ਕੇ ਗੁਰੂ ਸਾਹਿਬ ਦੀ ਕਥਾ ਸੁਣੋ। ਵਧਹਿ ਬਖੇਰਾ ਜਾਹੇਤੀ। ਜਿਸ ਤਰ੍ਹਾਂ ਵਖੇੜਾ ਤੁਰਕਾਂ ਦੇ ਨਾਲ ਵਧਿਆ, ਮਿਲਣ ਤੁਰਕ ਬਣ ਆਏ। ਫਿਰ ਮਿਲਨ ਤੁਰਕ ਬਣ ਆਏ। ਤੇ ਫਿਰ ਤੁਰਕਾਂ ਦੇ ਨਾਲ ਕਿਸ ਤਰ੍ਹਾਂ ਮਿਲਣਾ ਹੋਇਆ, ਪਹਿਲਾਂ ਵਖੇੜਾ ਵਧਿਆ। ਇਹ ਸਾਰੀ ਕਥਾ ਅੱਗੇ ਆ ਰਹੀ ਹੈ। ਸਵਈਆ ਰਾਜ ਕਰੈ ਸਗਰੀ ਛਿਤ ਕੋ। ਇਸ ਧਰਤੀ ਦੇ ਉੱਤੇ ਤੁਰਕਾਂ ਦਾ ਰਾਜ ਸੀ, ਜਿਨੇ ਆਏ ਸਮੇਟ ਸਕੈ ਨਹਿ ਕੋ। ਜਿਨ੍ਹਾਂ ਦੀ ਆਗਿਆ ਕੋਈ ਮੇਟ ਨਹੀਂ ਸੀ ਸਕਦਾ। ਦੀਰਘ ਕੋਟ ਚਮੋ ਜਿਸ ਪੈ। ਜਿਨ੍ਹਾਂ ਬਾਦਸ਼ਾਹਾਂ ਦੇ ਪਾਸ ਕਰੋੜਾਂ ਦੀ ਗਿਣਤੀ ਵਿੱਚ ਵੱਡੀ ਫੌਜ ਸੀ। ਨਾਮ ਵਾਸ ਰਹਿਓ ਅਸ ਭਾਖੈ ਜੋ। ਫਿਰ ਕੋਈ ਵੀ ਐਸਾ ਮਨੁੱਖ ਨਹੀਂ ਸੀ ਜਿਹੜਾ ਇਹਨਾਂ ਤੋਂ ਆਕੀ ਹੋਇਆ ਹੋਵੇ। ਉਪਦ ਪੂਰਬ ਦਛਨ ਕੋ ਪੁਨਾ। ਭਾਵੇਂ ਪੂਰਬ ਵਾਲਾ ਇਲਾਕਾ ਦੇਖ ਲਓ, ਪੱਛਮ ਵਾਲਾ ਇਲਾਕਾ ਦੇਖੋ, ਸਾਰੇ ਇਲਾਕਿਆਂ ਦੇ ਜਿਹੜੇ ਰਾਜੇ ਸੀ। ਪਛਨ ਕੇ ਨ੍ਰਿਪਸੈਲ ਜੇ ਹੋ। ਦੱਖਣ ਇਲਾਕੇ ਦੇ ਜਿਹੜੇ ਰਾਜੇ ਸਨ ਸਾਰੇ ਇਹਨਾਂ ਦੀ ਆਗਿਆ ਵਿੱਚ ਸਨ। ਆਨ ਕੋ ਮਾਨ ਕੈ ਡਾਨ ਕੋ ਦੇਤ। ਭਾਵੇਂ ਕੋ ਪਹਾੜੀ ਰਾਜਾ ਸੀ, ਸਾਰੇ ਤੁਰਕਾਂ ਦੀ ਆਨ ਮੰਨਦੇ ਸਨ ਤੇ ਇਹਨਾਂ ਨੂੰ ਆ ਕੇ ਡੰਨ ਭਰਦੇ ਸਨ। ਇਹ ਸੇਵ ਕਰੈ ਗਹਿ ਹਾਜ਼ਰ ਸੋ। ਤੇ ਇਹਨਾਂ ਦੀ ਹਾਜ਼ਰੀ ਵਿੱਚ ਰਹਿੰਦੇ ਸਨ ਤੇ ਸੇਵਾ ਕਰਦੇ ਸੀ। ਕਬਿਤ ਦਿੱਲੀ ਪਤ ਭਇਓ ਜਹਾਂਗੀਰ ਜਿਸ ਨਾਮ ਕਹਾ। ਦਿੱਲੀ ਦਾ ਬਾਦਸ਼ਾਹ ਹੋਇਆ ਜਿਸ ਦਾ ਨਾਮ ਸੀ ਜਹਾਂਗੀਰ। ਆਦਿਕ ਪ੍ਰਤਾਪ ਤੁਰਕੇਸ਼ਰ ਕੋ ਜਾਨੀਏ। ਇਹ ਤੁਰਕ ਬਾਦਸ਼ਾਹ ਦਾ ਬਹੁਤ ਵੱਡਾ ਪ੍ਰਤਾਪ ਸੀ। ਕੋਸ਼ ਮੈਂ ਦਰਬ ਮਹਾ ਦੇਤ ਲੀਤ ਜਹਾਂ ਕਹਾ। ਇਹਦੇ ਖਜ਼ਾਨੇ ਵਿੱਚ ਬਹੁਤਾ ਧਨ ਸੀ ਤੇ ਜਿਹਨੂੰ ਚਾਹੇ ਧਨ ਦੇ ਨਾਲ ਆਪਣਾ ਬਣਾ ਲੈਂਦਾ ਸੀ। ਤੇ ਜੇ ਕੋਈ ਨਾ ਬਣੇ, ਆਕੀ ਹੋ ਜਾਵੇ, ਤੇ ਫਿਰ ਫੌਜਾਂ ਭੇਜ ਕੇ ਆਪਣੀ ਈਨ ਮਨਾ ਲੈਂਦਾ ਸੀ। ਕਿਉਂਕਿ ਇਹ ਜਿਹੜਾ ਬਾਦਸ਼ਾਹ ਜਹਾਂਗੀਰ ਸੀ
ਇਹਦੀ ਹਾਲਤ ਅਖੀਰ ਕੀ ਹੋਈ, ਇਹ ਵੀ ਆਪਾਂ ਅੱਗੇ ਇਤਿਹਾਸ ਵਿੱਚ ਸੁਣਾਂਗੇ। ਕਿਉਂਕਿ ਇਹਨਾਂ ਪ੍ਰਸੰਗਾਂ ਨੂੰ ਸੁਣ ਕੇ ਤਾਂ ਪਤਾ ਲੱਗਦਾ ਹੈ ਕਿ ਇੱਥੇ ਭਾਵੇਂ ਵੱਡੇ ਵੱਡੇ ਬਾਦਸ਼ਾਹ ਕਿਉਂ ਨਹੀਂ ਆਏ, ਕਿਉਂਕਿ ਜਦੋਂ ਬੰਦਾ ਤਖਤ ਤੇ ਹੁੰਦਾ ਹੈ, ਗੱਦੀ ਤੇ ਬੈਠਾ ਹੁੰਦਾ ਹੈ, ਉਦੋਂ ਆਪਣਾ ਹੁਕਮ ਚਲਾਉਂਦਾ ਹੈ, ਜ਼ੋਰ ਚਲਾਉਂਦਾ ਹੈ, ਉਦੋਂ ਭੁੱਲ ਜਾਂਦਾ ਹੈ ਧਰਮ ਕੀ ਹੈ ਤੇ ਧਰਮ ਦੀ ਦੁਨੀਆ ਕਿਸ ਤਰ੍ਹਾਂ ਧਰਮੀ ਹੋਣਾ ਹੈ। ਇਹ ਸਾਰੀ ਗੱਲਬਾਤ ਉਹਨੂੰ ਭੁੱਲ ਜਾਂਦੀ ਹੈ। ਤਪੋਂ ਰਾਜ ਤੇ ਫਿਰ ਜਦੋਂ ਅਧਰਮੀ ਬਣਦਾ ਹੈ ਤੇ ਰਾਜੋਂ ਫਿਰ ਨਰਕਾਂ ਨੂੰ ਜਾਂਦਾ ਹੈ। ਇਹ ਦਿੱਲੀ ਦਾ ਬਾਦਸ਼ਾਹ ਸੀ ਜਹਾਂਗੀਰ। ਇਹਦੇ ਕੋਲ ਬਹੁਤ ਵੱਡੀ ਤਾਦਾਦ ਵਿੱਚ ਫੌਜ ਸੀ, ਸਾਰੇ ਇਲਾਕਿਆਂ ਦੇ ਰਾਜੇ ਇਹਦੇ ਅਧੀਨ ਸਨ, ਇਹਨੂੰ ਡੰਨ ਭਰਦੇ ਸਨ, ਟੈਕਸ ਤਾਰਦੇ ਸੀ। ਅਪਰ ਸਮਾਜ ਕਹਾਂ ਗਿਣਵੇ ਮੈਂ ਜਾਣ ਮਾਨੀਏ। ਕਵੀ ਜੀ ਕਹਿੰਦੇ ਹੋਰ ਇਹਦਾ ਸਾਜੋ ਸਮਾਨ ਕੀ ਗਿਣ ਕੇ ਦਸੀਏ। ਚਾਰੋਂ ਦਿਸ਼ ਮਾਹੇ ਤਰਾਸ ਜੁੱਧ ਤੇ ਨਿਰਾਸ ਭਈ। ਚਾਰੇ ਪਾਸਿਆਂ ਦੇ ਲੋਕ ਜਿਹੜੇ ਸਨ ਇਹਦੇ ਤੋਂ ਡਰਦੇ ਸੀ ਤੇ ਯੁੱਧ ਤੋਂ ਨਿਰਾਸ਼ ਹੋ ਚੁੱਕੇ ਸਨ। ਕੋਈ ਵੀ ਬਾਦਸ਼ਾਹ ਦੇ ਨਾਲ ਜੰਗ ਨਹੀਂ ਸੀ ਲੜਨਾ ਚਾਹੁੰਦਾ। ਹਾਥ ਬਾਂਦੇ ਆਨ ਪਾਸ ਜੀਵਨ ਕੋ ਠਾਨੀਏ। ਫਿਰ ਹੱਥ ਬੰਨ ਕੇ ਇਹਦੇ ਕੋਲ ਆਉਂਦੇ ਸੀ ਬਾਦਸ਼ਾਹ ਦੇ ਤੇ ਇਹਦੇ ਕੋਲ ਆ ਕੇ ਜੀਵਨ ਦਾਨ ਮੰਗਦੇ ਸਨ। ਰੰਗ ਦੇਹ ਰਾਜਾ ਕਰ ਰਾਜਾ ਕੋ ਬਣਾਵੇ ਰੰਕ। ਫਿਰ ਇਹਦੇ ਜਿਹੜਾ ਸੀ ਰੰਕ ਤੋਂ ਰਾਜਾ ਬਣਾ ਦੇਵੇ। ਇਹਦੇ ਵਿੱਚ ਇੰਨੀ ਤਾਕਤ ਸੀ ਕਿਉਂਕਿ ਰੰਕ ਦੇਹ ਰਾਜਾ ਕਰ ਰਾਜਾ ਕੋ ਬਣਾਵੇ ਰੰਕ। ਰਾਜੇ ਨੂੰ ਰੰਕ ਕਰ ਦਿੰਦਾ ਸੀ ਕਿ ਜਿਹੜਾ ਕੋਈ ਰਾਜਾ ਮਾਣ ਕਰਦਾ ਸੀ ਤੇ ਵੱਡਾ ਜਹਾਂਗੀਰ ਦਿੱਲੀ ਦੇ ਤਖਤ ਤੇ ਬੈਠਾ ਸੀ, ਆਪਣੀਆਂ ਫੌਜਾਂ ਭੇਜ ਕਰਕੇ ਉਹਨੂੰ ਕੈਦ ਕਰ ਲੈਂਦਾ ਸੀ, ਉਹਨੂੰ ਰੰਕ ਕਰ ਦਿੰਦਾ ਸੀ। ਤੇ ਜਿਹੜਾ ਕੋਈ ਰੰਕ ਇਹਦੀ ਚਾਕਰੀ ਕਰਦਾ ਸੀ ਤੇ ਉਹਨੂੰ ਰਾਜਾ ਵੀ ਬਣਾ ਦਿੰਦਾ ਸੀ। ਐਸੋ ਪਾਤਸ਼ਾਹ ਪਇਓ ਐਸਵਰਜ ਮਹਾਨੀਏ। ਬਹੁਤੀ ਦੇ ਕੋਲ ਧਨ ਸੰਪਤੀ ਸੀ ਤੇ ਇਸ ਤਰ੍ਹਾਂ ਦਾ ਇਹ ਦਿੱਲੀ ਦਾ ਬਾਦਸ਼ਾਹ ਸੀ। ਕਬਿਤ ਤਾਂ ਕੋ ਹੈ ਦੀਵਾਨ ਏਕ ਚੰਦੂ ਨਾਮ ਅਬਵੇਕ। ਇਸ ਬਾਦਸ਼ਾਹ ਜਹਾਂਗੀਰ ਦਾ ਇੱਕ ਦੀਵਾਨ ਸੀ ਜਿਸ ਦਾ ਨਾਮ ਸੀ ਚੰਦੂ, ਤੇ ਵੱਡਾ ਉਹ ਅਗਿਆਨੀ ਸੀ, ਵੱਡਾ ਮੂਰਖ ਸੀ। ਗੁਰੂ ਪਰਮੇਸ਼ਵਰ ਮਹਾਤਮ ਨ ਜਾਣਾਈ। ਮੂਰਖ ਕਿਉਂ ਸੀ? ਰਹਿੰਦਾ ਤੇ ਬੜੇ ਵੱਡੇ ਬਾਦਸ਼ਾਹ ਕੋਲ ਸੀ, ਮੂਰਖ ਤਾਂ ਸੀ ਗੁਰੂ ਅਤੇ ਪਰਮੇਸ਼ਰ ਦੀ ਸਾਰ ਨਹੀਂ ਸੀ ਜਾਣਦਾ। ਉਹਨੂੰ ਮੂਰਖ ਹੀ ਕਵਾਂਗੇ ਨਾ, ਭਾਵੇਂ ਕੋਈ ਕਿੰਨਾ ਵੀ ਧਨਾੜ ਪੁਰਸ਼ ਕਿਉਂ ਨਾ ਹੋਵੇ, ਜੇ ਪਰਮਾਤਮਾ ਦੀ ਗੁਰੂ ਦੀ ਸਾਰ ਨਹੀਂ ਜਾਣਦਾ, ਵੱਡੇ ਤਖਤ ਤੇ ਬੈਠਾ ਹੋਵੇ, ਨਹੀਂ ਕਹਿੰਦਾ ਮੈਂ ਕਿਸੇ ਨੂੰ ਮੰਨਦਾ, ਤੇ ਉਹ ਵੱਡਾ ਮੂਰਖ ਹੈ। ਕਿਉਂਕਿ ਇਸ ਸੰਸਾਰ ਅੰਦਰ ਵੱਡੇ ਵੱਡੇ ਰਾਜੇ ਆਏ, ਰਾਜ ਕਰਕੇ ਆਪਣੇ ਚੰਮਦੀਆਂ ਚਲਾ ਕੇ ਚਲੇ ਗਏ, ਅੱਜ ਉਹਨਾਂ ਨੂੰ ਕੌਣ ਯਾਦ ਕਰਦਾ ਹੈ? ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ, ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ ਪੌਨ ਕੇ ਗੌਨ ਕੋ ਜਾਤ ਨਿਵਾਰੇ, ਭਾਰੀ ਪੁਜਾਨ ਕੇ ਭੂਪ ਭਲੀ ਬਦਨਿਆਵਤ ਸੀਸ ਨ ਜਾਤ ਵਿਚਾਰੇ, ਏਤੇ ਭਏ ਤੂੰ ਕਹਾਂ ਪਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਇੰਨੇ ਵੱਡੇ ਵੱਡੇ ਰਾਜੇ ਹੋਏ ਤਾਂ ਕੀ ਹੋਇਆ, ਅੰਤ ਨੂੰ ਤਾਂ ਨੰਗੇ ਪੈਰ ਹੀ ਗਏ ਨੇ ਨਾ। ਇਸ ਲਈ ਜਿਹੜਾ ਪਰਮੇਸ਼ਰ ਗੁਰੂ ਦੀ ਸਾਰ ਨਹੀਂ ਜਾਣਦਾ ਉਹ ਵੱਡਾ ਮੂਰਖ ਹੈ। ਇਸ ਲਈ ਰੁਤਬਾ ਤੇ ਭਾਵੇਂ ਬਹੁਤ ਵੱਡਾ ਸੀ ਚੰਦੂ ਦਾ, ਜਹਾਂਗੀਰ ਦੇ ਨੇੜੇ ਰਹਿੰਦਾ ਸੀ, ਪਰ ਵੱਡਾ ਮੂਰਖ ਸੀ ਕਿਉਂਕਿ ਗੁਰੂ ਪਰਮੇਸ਼ਰ ਦੀ ਸਾਰ ਨਹੀਂ ਸੀ ਜਾਣਦਾ। ਮਾਇਆ ਮਦ ਮਤ ਮੂੜ ਕੁਮਤ ਆਰੂੜ ਰਹਾ। ਕਿਉਂ ਨਹੀਂ ਸੀ ਸਾਰ ਜਾਣਦਾ? ਕਿਉਂਕਿ ਮਾਇਆ ਮਦ ਮਾਤੋ, ਮਦ ਨਾਮ ਹੈ ਨਸ਼ੇ ਦਾ ਤੇ ਮਾਤੋ ਨਾਮ ਹੈ ਮਸਤ ਹੋਣਾ। ਮਾਇਆ ਦੇ ਨਸ਼ੇ ਦੇ ਵਿੱਚ ਬਹੁਤਾ ਮਸਤ ਸੀ, ਮੂੜ ਮੂਰਖ ਸੀ, ਕੁਮਤ ਅਰੂੜ ਰਹਿ, ਖੋਟੀ ਮਤ ਦੇ ਵਿੱਚ ਭਰਿਆ ਰਹਿੰਦਾ ਸੀ। ਕਿਉਂਕਿ ਗੁਰੂ ਸਾਹਿਬ ਜੀ ਦੇ ਬਚਨ ਆਪਾਂ ਬਾਣੀ 'ਚ ਪੜ੍ਹਦੇ ਹਾਂ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਈ ਬਹੁ ਰੋਲ ਘਚੋਲਾ। ਬਹੁਤਾਤ ਇਹ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਬੰਦੇ ਕੋਲ ਬਹੁਤਾ ਧਨ ਆਉਂਦਾ ਹੈ ਤੇ ਫਿਰ ਨਾ ਉਹ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਹੁੰਦਾ ਹੈ, ਨਾ ਉਹਨੂੰ ਕੁਝ ਚੰਗਾ ਮਾੜਾ ਦਿਸਦਾ ਹੈ ਕਿ ਮੈਂ ਕਰਨ ਕੀ ਲੱਗਾ। ਇਸ ਲਈ ਰੁਤਬਾ ਤੇ ਦਾ ਬਹੁਤ ਵੱਡਾ ਸੀ, ਗੁਰੂ ਪਰਮੇਸ਼ਰ ਦੀ ਸਾਰ ਨਹੀਂ ਸੀ ਜਾਣਦਾ, ਮਾਇਆ ਦੇ ਵਿੱਚ ਇਹ ਮਸਤ ਹੋਇਆ ਸੀ, ਵੱਡਾ ਮੂਰਖ, ਖੋਟੀ ਮੱਤ ਨੇ ਧਾਰਨ ਕੀਤੀ ਸੀ। ਹੁਕਮ ਚਲਾਵਤ ਹੰਕਾਰ ਕੈ ਮਹਾਨਾਈ। ਹੰਕਾਰ ਦੇ ਵਿੱਚ ਆਫਰਿਆ ਹੋਇਆ ਸਾਰਿਆਂ ਉੱਤੇ ਆਪਣਾ ਹੁਕਮ ਚਲਾਉਂਦਾ ਸੀ। ਪਾਤਸ਼ਾਹੀ ਲੋਕ ਸਭ ਮਾਨਿ ਆਨ ਠਾਨੈ ਨਮੋ। ਹੁਣ ਮੰਨਦਾ ਕੌਣ ਸੀ ਇਹਨਾਂ ਦੀ? ਜਿਹੜੇ ਪਾਤਸ਼ਾਹੀ ਲੋਕ ਸਨ, ਕਿਉਂਕਿ ਅਹੁਦੇਦਾਰਾਂ ਦੀ ਉਹ ਲੋਕ ਗੱਲਬਾਤ ਮੰਨਦੇ ਹਨ ਜਿਨ੍ਹਾਂ ਨੇ ਇਹਨਾਂ ਤੋਂ ਕੋਈ ਕੰਮਕਾਰ ਲੈਣਾ ਹੋਵੇ। ਜਿਹਨੇ ਨਹੀਂ ਕੁਝ ਲੈਣਾ ਉਹ ਬੇਪਰਵਾਹ ਹੁੰਦੇ ਨੇ, ਕਹਿੰਦੇ ਨੇ ਕਿ ਸਾਡੇ ਤੇ ਤੇਰਾ ਕੀ ਅਸਰ। ਪਰ ਜਿਹੜੇ ਲੋਕ ਖੁਸ਼ਾਮਦੀਨ ਹੁੰਦੇ ਨੇ ਉਹ ਅੱਗੇ ਪਿੱਛੇ ਘੁੰਮਦੇ ਨੇ ਕਿ ਸਾਡਾ ਕੋਈ ਕੰਮ ਸਵਰ ਜਾਵੇ। ਫਿਰ ਪਾਤਸ਼ਾਹੀ ਲੋਕ ਸਭ ਮਾਨਿ ਆਨ ਠਾਨ ਨਮੋ। ਜਿਹੜੇ ਨੇੜੇ ਕੰਮ ਕਰਾਉਣ ਵਾਲੇ ਲੋਕ ਸਨ ਉਹਨਾਂ ਦਾ ਹੁਣ ਸਿੱਧਾ ਜਿਹੜਾ ਸੰਪਰਕ ਉਹ ਬਾਦਸ਼ਾਹ ਨਾਲ ਤੇ ਹੁੰਦਾ ਨਹੀਂ, ਰਾਜੇ ਨਾਲ।
ਉਹ ਫਿਰ ਥੱਲੜੇ ਲੋਕਾਂ ਦੇ ਨਾਲ, ਹੇਠਲੇ ਲੋਕਾਂ ਦੇ ਨਾਲ ਬਣਾ ਕੇ ਰੱਖਦੇ ਨੇ ਤੇ ਉਹਨਾਂ ਨੂੰ ਜਾ ਕੇ ਨਮਸਕਾਰਾਂ ਕਰਦੇ। ਉਹ ਭਾਵੇਂ ਸਿਰੇ ਦਾ ਕੋਈ ਮੂਰਖ ਵੀ ਹੋਵੇ, ਨਾ ਨਾਮ ਜਪੇ, ਨਾ ਕਿਸੇ ਕਮਾਈ ਵਾਲੇ ਦੀ ਸਾਰ ਜਾਣੇ, ਨਾ ਗੁਰੂ ਦੀ ਸਾਰ ਜਾਣੇ, ਉਹਨੂੰ ਤਾਂ ਹਾਂਜੀ ਹਾਂਜੀ ਕਰਦੇ ਨੇ, ਕਿਉਂਕਿ ਉਹਦੇ ਤੋਂ ਉਹਨਾਂ ਲੋਕਾਂ ਨੇ ਕੰਮ ਲੈਣਾ ਹੁੰਦਾ। ਉਹ ਤਾਂ ਪਹਿਲਾਂ ਹੀ ਸਿਮਰਨ ਨਾ ਕਰਦਾ ਹੋਇਆ, ਗੁਰੂ ਪਰਮੇਸ਼ਰ ਦੀ ਸਾਰ ਨਾ ਜਾਣਦਾ ਹੋਇਆ ਮੂਰਖ ਹੁੰਦਾ ਹੈ। ਪਰ ਜਦੋਂ ਮੂਰਖ ਨੂੰ ਕੋਈ ਆ ਕੇ ਝੁੱਕੇ ਸਲਾਮ ਕਰੇ ਤੇ ਉਹਦਾ ਫਿਰ ਹੰਕਾਰ ਉਹ ਦੂਣਾ ਹੋ ਜਾਂਦਾ ਹੈ। ਜਿਹੜਾ ਤੇ ਗਿਆਨਵਾਨ ਹੈ ਉਹਦਾ ਕਿਤੇ ਸਤਿਕਾਰ ਹੋਵੇ, ਉਹ ਕਹਿੰਦਾ ਹੈ ਕਿ ਇਹ ਤਾਂ ਜੀ ਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਦਿੱਤਾ ਹੋਇਆ ਸਾਰਾ ਕੁਝ ਹੈ, ਉਹਨੂੰ ਭਾਵਦਾ ਹੈ ਤੇ ਸਾਨੂੰ ਇਹ ਕੁਝ ਪ੍ਰਾਪਤ ਹੋਇਆ। ਪਰ ਜਦੋਂ ਮੂਰਖ ਨੂੰ ਕੋਈ ਸਤਿਕਾਰ ਦੇਵੇ ਤੇ ਉਹ ਕਹਿੰਦਾ ਹਾਂ ਜੀ ਮੈਂ ਬੜਾ ਸਿਆਣਾ, ਮੈਂ ਬੜਾ ਗਿਆਨ, ਮੈਂ ਬਹੁਤ ਵਿਦਵਾਨ ਹਾਂ। ਇਸ ਤਰ੍ਹਾਂ ਇਹ ਚੰਦੂ ਨੂੰ ਲੋਕ ਆ ਕੇ, ਜਿਹੜੇ ਕੰਮਕਾਰ ਲੈਣ ਵਾਲੇ ਲੋਕ ਸਨ, ਉਹ ਆ ਕੇ ਚੰਦੂ ਨੂੰ ਨਮਸਕਾਰਾਂ ਕਰਦੇ ਸੀ। ਚਾਹੇ ਜਿਮ ਕਰੈ ਤਿਮ ਦੇਸ਼ ਜਿਸ ਮਾਨਾਈ। ਜਿਸ ਤਰ੍ਹਾਂ ਚਾਹੇ ਚੰਦੂ ਕਰ ਸਕਦਾ ਸੀ, ਕਿਉਂਕਿ ਜਹਾਂਗੀਰ ਦਾ ਵਜ਼ੀਰ ਸੀ ਤੇ ਸਾਰਾ ਦੇਸ਼ ਇਹਦੀ ਆਗਿਆ ਮੰਨਦਾ ਸੀ। ਏਕ ਸੁਤਾ ਭਈ ਤਾ ਕੋ ਨਾਮ ਰਾਖਿਓ ਸਦਾ ਕੌਰ। ਚੰਦੂ ਦੇ ਘਰ ਇੱਕ ਧੀ ਨੇ ਜਨਮ ਲਿਆ, ਜਿਸ ਦਾ ਨਾਮ ਇਸ ਨੇ ਸਦਾ ਕੌਰ ਰੱਖਿਆ ਹੈ। ਕਲਹਾਵਤਰੀ ਦੋਨੋਂ ਲੋਕ ਪਿਤਹਾਨਾਈ। ਕਵੀ ਜੀ ਕਹਿੰਦੇ ਨੇ ਮਾਨੋ ਕਿ ਉਹੀ ਝਗੜੇ ਦਾ ਕਾਰਨ ਬਣੀ ਤੇ ਫਿਰ ਦੋਨਾਂ ਲੋਕਾਂ ਦੇ ਵਿੱਚ ਇਹਦਾ ਖਾਤਮਾ ਹੋਇਆ ਚੰਦੂ ਦਾ। ਇਹ ਕਾਰਨ ਤਾਂ ਇਹੋ ਹੀ ਬਣਿਆ ਨਾ, ਇਹਦੀ ਧੀ ਦਾ ਰਿਸ਼ਤਾ, ਭਾਵੇਂ ਇਹਦੀ ਸਿਰੇ ਦੀ ਮੂਰਖਤਾ ਸੀ, ਬਾਦਸ਼ਾਹ ਦੇ ਨੇੜੇ ਹੋਣ ਕਰਕੇ ਲੋਕ ਇਹਨੂੰ ਸਲਾਮਾਂ ਕਰਦੇ ਸੀ, ਬਹੁਤਾ ਇਹਦਾ ਹੰਕਾਰ ਵਧਿਆ ਸੀ, ਤਾਂ ਕਰਕੇ ਗੁਰੂ ਦੀ ਪਰਮੇਸ਼ਰ ਦੀ ਸਾਰ ਨਹੀਂ ਸੀ ਜਾਣਦਾ। ਜਿਹੜਾ ਇਹਦਾ ਕਾਰਨ ਬਣਿਆ ਉਹ ਇਹੋ ਹੀ ਬਣਿਆ। ਫਿਰ ਦੋਨਾਂ ਲੋਕਾਂ ਦੇ ਵਿੱਚ ਇਸ ਕਾਰਨ ਨੇ ਇਹਨੂੰ ਖਤਮ ਕੀਤਾ, ਲੋਕ ਵਿੱਚ ਵੀ ਮਾਰਿਆ ਤੇ ਪਰਲੋਕ ਵਿੱਚ ਵੀ ਇਹਦੀ ਬੁਰੀ ਦਸ਼ਾ ਹੋਈ। ਅੱਜ ਤੱਕ ਚੰਦੂ ਨੂੰ ਲਾਹਨਤਾਂ ਹੀ ਪੈਂਦੀਆਂ ਨੇ। ਇਸ ਤਰ੍ਹਾਂ ਇਹਦਾ ਫਿਰ ਖਾਤਮਾ ਹੋਇਆ। ਕਬਿਤ ਸਾਤਵੇਂ ਬਰਖ ਬਿਖੈ ਸੁਤਾ ਜਬ ਹੀਰੀ ਨਿਜ। ਜਦੋਂ ਚੰਦੂ ਨੇ ਆਪਣੀ ਧੀ ਦੇਖੀ ਕਿ 7 ਸਾਲ ਇਹਦੀ ਉਮਰ ਹੋਈ ਹੈ, ਕਰੋਸਨ ਬੰਦ ਕਹੂੰ ਐਸੇ ਮਨ ਆਨਿਓ। ਮਨ ਵਿੱਚ ਇਹ ਖਿਆਲ ਆਇਆ ਕਿ ਮੈਂ ਆਪਣੀ ਧੀ ਦਾ ਰਿਸ਼ਤਾ ਜਿਹੜਾ ਹੈ ਉਹ ਚੰਗੇ ਥਾਂ ਕਰਾਵਾਂ। ਵਿਪਰ ਕੋ ਬੁਲਾਇਓ ਸਮਝਾਇਓ ਮਿਲ ਦੰਪਤ ਨੇ। ਪੁਰਾਣੇ ਸਮੇਂ ਦੇ ਵਿੱਚ ਬ੍ਰਾਹਮਣ ਨੂੰ ਬੁਲਾਇਆ ਜਾਂਦਾ ਤੇ ਉਹਨੂੰ ਬੁਲਾ ਕੇ ਤੇ ਰਿਸ਼ਤਾ ਦੇਖਣ ਵਾਸਤੇ ਭੇਜਿਆ ਜਾਂਦਾ, ਤੇ ਬ੍ਰਾਹਮਣ ਜਿਹੜਾ ਸੀ ਫਿਰ ਆਪਣੇ ਸੇਵਾ ਵਾਸਤੇ ਨਾਈ ਨੂੰ ਨਾਲ ਲੈ ਕੇ ਜਾਂਦਾ। ਇਸ ਤਰ੍ਹਾਂ ਬ੍ਰਾਹਮਣ ਤੇ ਨਾਈ ਤੇ ਕੁਝ ਨਾਲ ਸੇਵਕ ਇਹਨਾਂ ਦੇ ਤੁਰਦੇ ਤੇ ਜਾ ਕੇ ਜਿਹੜੇ ਅਮੀਰ ਲੋਕ ਹੁੰਦੇ ਉਹਨਾਂ ਦਾ ਰਿਸ਼ਤਾ ਦੇਖਦੇ ਸਨ, ਉਹਨਾਂ ਦੇ ਬੱਚਿਆਂ ਦਾ ਰਿਸ਼ਤਾ ਲੱਭਦੇ ਸੀ। ਚੰਦੂ ਨੇ ਇਸੇ ਤਰ੍ਹਾਂ ਕੀਤਾ। ਜਦੋਂ ਦੇਖਿਆ ਕਿ ਉਹਦੀ ਧੀ ਸਦਾ ਕੌਰ 7 ਸਾਲਾਂ ਦੀ ਹੋਈ ਹੈ, ਇਹ ਵਿਆਹੁਣ ਯੋਗ ਹੋਈ ਹੈ, ਕਿਉਂਕਿ ਪੁਰਾਣਾ ਸਮਾਂ ਸੀ ਤੇ ਛੇਤੀ ਦੀ ਧੀ ਦਾ ਰਿਸ਼ਤਾ ਦੇਖਣਾ ਤੇ ਉਹਨੂੰ ਫਿਰ ਵਿਆਹੁਣਾ। ਉਸ ਵੇਲੇ ਇਸ ਨੇ ਬ੍ਰਾਹਮਣ ਬੁਲਾਇਆ ਤੇ ਉਹਨੂੰ ਬੁਲਾ ਕੇ ਇਸ ਤਰ੍ਹਾਂ ਕਹਿਣ ਲੱਗਾ, ਸੰਪਤ ਹਮਾਰੇ ਸਮ ਸਦਨ ਮਹਾਨਿਓ। ਦੋਨੇ ਜੀ ਬੈਠ ਗਏ, ਚੰਦੂ ਅਤੇ ਉਹਦੀ ਘਰਵਾਲੀ, ਤੇ ਦੋਨਾਂ ਨੇ ਕਿਹਾ ਕਿ ਸਾਡੀ ਇਹ ਸੰਤਾਨ ਹੈ, ਹਮਾਰੇ ਸਮ ਸਦਨ ਮਹਾਨਿਓ। ਜਾ ਕੇ ਦੇਖੋ ਰਿਸ਼ਤਾ ਸਾਡੀ ਧੀ ਦਾ, ਜਿਹੜੇ ਧਨ ਵਿੱਚ ਅਤੇ ਜਾਤ ਵਿੱਚ ਸਾਡੇ ਸਮਾਨ ਹੋਣ, ਜਿਹੜਾ ਘਰ ਹੈ ਉਹ ਵੀ ਸਾਡੇ ਬਰਾਬਰ ਦਾ ਹੋਵੇ। ਹਾਂਜੀ, ਉੱਚੀ ਕੁਲ ਹੋਏ ਲਿਹੋ ਬ੍ਰਿੰਦਪੁਰ ਜੋਏ ਤੁਮ। ਕੁਲ ਵੀ ਉੱਚੀ ਹੋਵੇ ਤੇ ਜਾ ਕਰਕੇ ਨਗਰ ਦੇ ਵਿੱਚੋਂ ਇਹ ਰਿਸ਼ਤਾ ਲੱਭਣਾ ਕਰੋ। ਸੁੰਦਰ ਸਰੂਪ ਬਰ ਖੋਜੋ ਸਭ ਥਾਨਿਓ। ਸਾਰੀਆਂ ਥਾਵਾਂ ਤੇ ਘੁੰਮ ਕੇ ਤੇ ਸਾਡੀ ਧੀ ਵਾਸਤੇ ਸੁੰਦਰ ਵਰ ਜਿਹੜਾ ਹੈ ਉਹ ਪ੍ਰਾਪਤ ਕਰੋ, ਲੱਭੋ ਜਾ ਕੇ। ਤੀਨੋ ਇਕੱਤਰ ਕੋ ਤੋ ਬਚਿੱਤਰ ਬਾਤ ਜਾਨੋ ਮਨ। ਜੇ ਤਿੰਨੇ ਗੱਲਾਂ ਇਹ ਪੂਰੀਆਂ ਹੋ ਜਾਣ ਤੇ ਫਿਰ ਮਨ ਵਿੱਚ ਜਾਣ ਲਿਓ ਕਿ ਬਹੁਤ ਸੋਹਣੀ ਗੱਲ ਬਣੀ ਹੈ। ਆਲਸ ਨਾ ਕੀਜਾ ਫਿਰ ਬੇਕਿਓ ਹਿਤ ਠਾਨਿਓ। ਆਲਸ ਨਾ ਕਰੋ, ਧਨ ਜਿੰਨਾ ਚਾਹੀਦਾ ਤੁਸੀਂ ਲੈ ਜਾਓ, ਜਿੱਥੇ ਜਾਣਾ ਜਾਵੋ, ਫਿਰ ਕੇ ਜਾ ਕੇ ਰਿਸ਼ਤਾ ਜਿਹੜਾ ਹੈ ਉਹ ਸੋਹਣਾ ਸਾਡੀ ਧੀ ਦਾ ਲੱਭੋ। ਕਬਿਤ ਹਮ ਸਮ ਧੁਨ ਹੋਏ ਉੱਚੇ ਬਾਂਸ ਸ਼ੁੱਧ ਹੋਏ। ਹਾਂ, ਇਹ ਤਿੰਨੇ ਗੁਣ ਹੋਣੇ ਚਾਹੀਦੇ ਨੇ। ਜਿਹੜਾ ਘਰ ਲੱਭੋਗੇ, ਹਮ ਸਭ ਧਨ ਹੋਏ, ਸਾਡੇ ਸਮਾਨ ਉਹਦੇ ਘਰ ਧਨ ਹੋਵੇ, ਉੱਚੋ ਬੰਸ ਸ਼ੁੱਧ ਹੋਏ, ਉੱਚਾ ਬੰਸ ਹੋਵੇ, ਉੱਚਾ ਘਰਾਣਾ ਹੋਵੇ, ਸੁੰਦਰ ਸਰੂਪ ਹੋਏ ਬਾਰ ਦੇਖ ਲੀਜੀਏ। ਤੇ ਫਿਰ ਜਿਹੜਾ ਵਰ ਹੈ ਨਾ ਉਹਦਾ ਸੋਹਣਾ ਸਰੂਪ ਹੋਵੇ ਤੇ 3 ਗੁਣ ਹੋਣੇ ਚਾਹੀਦੇ। 3 ਚੀਜ਼ਾਂ ਦੇਖ ਲਿਓ। ਸਾਡੇ ਸਮਾਨ ਉਹਨਾਂ ਘਰ ਧਨ ਹੋਵੇ। ਇਹ ਬਾਦਸ਼ਾਹ ਦਾ ਵਜ਼ੀਰ ਸੀ ਤੇ ਵਜ਼ੀਰ ਇੰਜ ਕਹਿ ਲਓ ਕਿ ਬਾਦਸ਼ਾਹ ਦਾ ਦੂਜਾ ਹੀ ਰੂਪ ਹੈ। ਵਜ਼ੀਰ ਨੇ ਤੇ ਉਹਦਾ ਕਿਹਾ ਹੋਇਆ ਮੰਨ ਕੇ ਬਾਦਸ਼ਾਹ ਨੇ ਉਸੇ ਤਰ੍ਹਾਂ ਕਰ ਲੈਣਾ।
ਇੰਜ ਕਹਿ ਲਓ ਕਿ ਜਿਸ ਤਰ੍ਹਾਂ ਇਹਨਾਂ ਪਾਸ ਧਨ ਸੀ, ਇੰਨਾ ਹੀ ਧਨ ਜਿਹੜਾ ਸੀ ਉਹ ਗੁਰੂ ਘਰ ਵਿੱਚ ਸੰਗਤਾਂ ਅਰਪਣ ਕਰਦੀਆਂ ਸੀ। ਤੇ ਅੱਜ ਵੀ ਇਸੇ ਤਰ੍ਹਾਂ ਹੀ ਹੈ, ਕੋਈ ਧਨ ਦਾ ਘਾਟਾ ਤੇ ਹੈ ਨਹੀਂ। ਅੱਜ ਵੀ ਸਿੱਖ ਸੰਗਤਾਂ ਜਿਹੜੀਆਂ ਗੁਰੂ ਨਾਨਕ ਸਾਹਿਬ ਜੀ ਦੀਆਂ, ਸੋ ਇੱਕ ਪਾਸੇ ਸਰਕਾਰਾਂ ਦੇ ਖਜ਼ਾਨੇ ਦੇਖ ਲਈਏ ਤੇ ਇੱਕ ਪਾਸੇ ਗੁਰੂ ਘਰਾਂ ਦਾ ਖਜ਼ਾਨਾ ਦੇਖ ਲਈਏ। ਕੁਝ ਜਿਹੜੇ ਲੋਕ ਹਨ, ਜਿਹੜੇ ਨਿੰਦਕ, ਉਹਨਾਂ ਦਾ ਸੁਭਾਅ ਬਣਿਆ ਹੁੰਦਾ ਨਿੰਦਿਆ ਕਰਨੀ, ਪਰ ਜਿਹੜੇ ਕਾਰਜ ਸਰਕਾਰਾਂ ਨਹੀਂ ਕਰ ਸਕਦੀਆਂ, ਉਹ ਕਾਰਜ ਵੀ ਜਿਹੜੇ ਹਨ ਉਹ ਗੁਰੂ ਘਰਾਂ ਦੇ ਖਜ਼ਾਨਿਆਂ ਵਿੱਚੋਂ ਕੀਤੇ ਜਾਂਦੇ। ਕਿਉਂਕਿ ਇਹ ਗੁਰੂ ਘਰ ਦਾ ਖਜ਼ਾਨਾ ਗੁਰੂ ਨਾਨਕ ਸਾਹਿਬ ਜੀ ਦੀ ਗੋਲਕ ਹੈ ਹੀ ਲੋੜਵੰਦਾਂ ਵਾਸਤੇ, ਪਰਉਪਕਾਰ ਵਾਸਤੇ ਹੈ। ਇੱਕ ਪਾਸੇ ਨੇ ਕਿਹਾ ਕਿ ਮੇਰੇ ਸਮਾਨ ਧਨ ਦੇਖਿਓ, ਤੇ ਜਦੋਂ ਲਾਗੀ ਬ੍ਰਾਹਮਣ ਚੱਲ ਕੇ ਇੱਥੇ ਆਏ ਹੋਣਗੇ ਤੇ ਇੰਨਾ ਹੀ ਧਨ ਉਹਨਾਂ ਨੇ ਦੇਖਿਆ ਹੋਵੇਗਾ ਨਾ ਜਿਹੜਾ ਰਿਸ਼ਤਾ ਕਰਕੇ ਗਏ ਸਨ। ਸੋ ਮੇਰੇ ਸਮਾਨ ਧਨ ਹੋਵੇ ਤੇ ਜਾਤ ਵਿੱਚ ਸਾਡੇ ਸਮਾਨ ਹੋਣ। ਖੱਤਰੀ ਦੀ ਜਾਤੀ ਸੀ। ਤੀਜਾ ਕਹਿਣ ਲੱਗਾ ਕਿ ਜਿਹੜਾ ਵਰ ਹੈ ਉਹ ਵੀ ਸੋਹਣਾ ਹੋਣਾ ਚਾਹੀਦਾ ਹੈ। ਜਿੱਥੇ ਤਿੰਨੇ ਚੀਜ਼ਾਂ ਦੇਖੋਗੇ ਉੱਥੇ ਰਿਸ਼ਤਾ ਕਰਿਓ। ਦੇਸ਼ਨ ਵਿਦੇਸ਼ ਵਿਖੈ ਵਿਚਰੋਂ ਵਿਸ਼ੇਸ਼ ਕਰ, ਵਿਸ਼ੇਸ਼ ਕਰਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਫਿਰੋ। ਫੇਰਹੁ ਅਸ਼ੇਸ਼ ਜੇ ਨਰੇਸ਼ ਬੇਸ਼ ਕੀਜੀਏ। ਤੇ ਜੇ ਤੁਹਾਨੂੰ ਮਿਲ ਜਾਵੇ ਵਧੀਆ ਰਾਜੇ ਦਾ ਬੇਸ, ਵਧੀਆ ਬੇਸ, ਰਾਜੇ ਦੇਖਣ ਦਾ ਕੰਮ ਕੀਜੀਏ। ਜੇ ਕੋਈ ਰਾਜੇ ਦਾ ਦਰਬਾਰੀ ਹੋਵੇ ਤੇ ਉਹਨੂੰ ਜਾ ਕੇ ਦੇਖ ਲਿਓ, ਤੇ ਜਾ ਕੇ ਰਿਸ਼ਤਾ ਤੁਸੀਂ ਲੱਭੋ। ਕਾਹੂ ਕਾਮਦਾਰ ਹੋਏ ਬੜੋ ਵਿਵਹਾਰ ਹੋਏ। ਜਾਂ ਕੋਈ ਪਹਿਲਾਂ ਤੇ ਦੇਖਿਓ ਕਿਸੇ ਰਾਜੇ ਦਾ ਜਿਹੜਾ ਹੈ ਉਹ ਕੋਈ ਦਰਬਾਰੀ ਹੋਵੇ, ਜਿਸ ਤਰ੍ਹਾਂ ਮੈਂ ਬਾਦਸ਼ਾਹ ਦਾ ਵਜ਼ੀਰ ਹਾਂ, ਜਾਂ ਫਿਰ ਉਹਨਾਂ ਦਾ ਕੋਈ ਕੰਮਕਾਰ ਚੰਗਾ ਹੋਵੇ ਤੇ ਵਿਵਹਾਰ ਬਹੁਤ ਵੱਡਾ ਹੋਵੇ, ਬਹੁਤਾ ਧਨ ਉਹਨਾਂ ਦੇ ਘਰ 'ਚ ਹੋਵੇ। ਜਾਹਰ ਉਦਾਰ ਹੋਏ ਮਿਲਵੈ ਜਨੀਜੀਏ। ਬਹੁਤਾ ਧਨ ਉਹਨਾਂ ਦੇ ਘਰ ਦਿਖਦਾ ਹੋਵੇ ਕਿ ਬਾਕੀ ਧਨਾੜ ਪੁਰਸ਼ ਹਨ ਤੇ ਉਹਨਾਂ ਨੂੰ ਜਾ ਕੇ ਮਿਲਿਓ। ਐਸੇ ਪੈ ਭਤੀਜੀਏ ਨ ਸੰਸੈ ਕੈ ਰਖੀਜੀਏ। ਤੇ ਐਸੇ ਪੈ ਭਤੀਜੀ ਹੈ, ਉਹਨਾਂ ਦੇ ਨਾਲ ਜਾ ਕੇ ਰਿਸ਼ਤਾ ਕਰਿਓ ਤੇ ਕੋਈ ਸ਼ੰਕਾ ਨਾ ਰੱਖਿਓ। ਮੁਲਾਜ ਕੋ ਬਖੀਜੀਏ ਸੁਨਾ ਤੋ ਤਾਹਾਂ ਦੀਜੀਏ। ਮੇਰੀ ਲਾਜ ਦੇਖਿਓ ਤੁਸੀਂ ਤੇ ਮੇਰੀ ਧੀ ਦਾ ਰਿਸ਼ਤਾ ਉੱਥੇ ਦਿਓ। ਕਬਿਤ ਚੰਦੂ ਕੇ ਬਚਨ ਸੁਨ ਬ੍ਰਿਪ ਨੇ ਸੋ ਮਾਨ ਮਨ। ਜਦੋਂ ਚੰਦੂ ਨੇ ਗੱਲ ਕਹੀ ਹੈ ਤੇ ਵਿਪਰ ਨੇ, ਬ੍ਰਾਹਮਣ ਨੇ ਉਸ ਵੇਲੇ ਚੰਦੂ ਦੀ ਇਹ ਗੱਲ ਮੰਨੀ ਹੈ। ਭਇਓ ਤੇਰੇ ਭਾਗ ਤਨ ਤੈਸੀ ਤੁਵ ਜਾਤ ਕੀ। ਤੇ ਉਹ ਬ੍ਰਾਹਮਣ ਚੰਦੂ ਨੂੰ ਕਹਿਣ ਲੱਗਾ ਕਿ ਚੰਦੂ, ਤੇਰੇ ਭਾਗ ਬਹੁਤ ਵੱਡੇ ਨੇ ਤੇ ਤੇਰੀ ਜਿਹੜੀ ਧੀ ਹੈ ਉਹਦੇ ਵੀ ਭਾਗ ਬੜੇ ਚੰਗੇ ਨੇ। ਵਿਰੈ ਦੇਸ਼ ਦੇਸ਼ ਮੈਂ ਬਿਲੋਕ ਗਏ ਅਸ਼ੇਸ਼ ਹਮ। ਅਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਫਿਰਾਂਗੇ ਤੇ ਜਿਹੜੀਆਂ ਗੱਲਾਂ ਤੂੰ ਸਾਨੂੰ ਦਸੀਆਂ ਨੇ ਉਸ ਤਰ੍ਹਾਂ ਦਾ ਅਸੀਂ ਰਿਸ਼ਤਾ ਲੱਭਾਂਗੇ। ਉਤਮਤਾ ਖੋਜ ਕੈ ਸਮਾਨ ਤੁਵ ਜਾਤ ਕੀ। ਤੇ ਫਿਰ ਅਸੀਂ ਜਾ ਕੇ ਦੇਖਾਂਗੇ ਉਤਮਤਾ ਖੋਜ ਕੈ, ਚੰਗਾ ਉੱਤਮ ਘਰ ਹੋਵੇ, ਤੇਰੇ ਸਮਾਨ ਹੋਵੇ, ਤੇਰੇ ਸਮਾਨ ਉਹਨਾਂ ਦੀ ਜਾਤੀ ਹੋਵੇ। ਮੇਰੋ ਜਜਮਾਨ ਤਨ ਲੈ ਹੁਸਨ ਬੰਦ ਬਣੈ। ਮੇਰੇ ਜਜਮਾਨ ਪਾਸੋਂ ਜਦੋਂ ਇਹ ਸੰਬੰਧ ਬਣੇਗਾ ਨਾ ਤੇ ਤੁਸੀਂ ਮੇਰੇ ਜਜਮਾਨ ਹੋ, ਮੈਂ ਤੁਹਾਡੇ ਕੋਲੋਂ ਆ ਕੇ ਮਨ ਪਾਉਂਦਾ ਧਨ ਲਵਾਂਗਾ। ਹੋਏ ਜਸ ਬ੍ਰਿੰਦ ਗੰਧ ਜਥਾ ਜਾ ਜਾਤ ਲਾਜ ਕੀ। ਤੁਹਾਡਾ ਬਹੁਤਾ ਜਸ ਵਧੇਗਾ, ਇਸ ਤਰ੍ਹਾਂ ਜਸ ਵਧੇਗਾ ਜਿਸ ਤਰ੍ਹਾਂ ਕਮਲ ਦੇ ਫੁੱਲ ਦੀ ਸੁਗੰਧੀ ਫੈਲਦੀ ਹੈ। ਕੀਜੈ ਬਿਦਾ ਮੋਹਿ ਹੋਏ ਕਾਜ ਸ਼ੁਭ ਹੋਏ। ਚੰਦੂ ਸਾਨੂੰ ਵਿਦਾ ਕਰ ਤੇ ਤੇਰਾ ਅਸੀਂ ਜਾ ਕੇ ਸੋਹਣਾ ਕੰਮ ਕਰੀਏ। ਜੋਹੇ ਸ਼ਗਨ ਅਨੂਠਾ ਅਬ ਹਸਮੈ ਜਲ ਜਾਤ ਕੀ। ਮੈਂ ਦੇਖਿਆ ਹੈ ਕਿ ਸ਼ਗਨ ਬਹੁਤ ਚੰਗੇ ਹਨ ਤੇ ਹੁਣ ਸਾਨੂੰ ਜਾਣਾ ਬਣਦਾ ਹੈ। ਕਬਿਤ ਨਾਉ ਕੀਨ ਸਾਥ ਨਿਤ ਸੇਵਾ ਕਰੈ ਹਾਥ ਨਿਜ। ਇੱਕ ਨਾਈ ਨਾਲ ਲਿਆ ਹੈ ਜਿਹੜਾ ਇਹਦੀ ਸੇਵਾ ਕਰੇ ਹੱਥਾਂ ਦੇ ਨਾਲ। ਔਰ ਦਾਸ ਕਰੈ ਸੰਗ ਅਧਿਕ ਸਮਾਜ ਤੇ। ਅਤੇ ਹੋਰ ਜਿਹੜੇ ਸੇਵਕ ਸਨ ਇਹ ਬ੍ਰਾਹਮਣ ਨੇ ਤੁਰਨ ਲੱਗਿਆਂ ਚੰਦੂ ਦੇ ਪਾਸੋਂ ਨਾਲ ਲੈ ਲਏ। ਨਗਰ ਨਗਰ ਪ੍ਰਤ ਖੋਜਤ ਫਿਰਤ ਬਾਰ। ਨਗਰਾਂ ਨਗਰਾਂ ਦੇ ਵਿੱਚ ਜਾ ਕਰਕੇ ਜਿਹੜਾ ਬ੍ਰਾਹਮਣ ਸੀ ਚੰਦੂ ਦੀ ਧੀ ਦਾ ਰਿਸ਼ਤਾ ਜਿਹੜਾ ਸੀ ਉਹ ਲੱਭਣ ਲੱਗਾ। ਰੈਣ ਕੋ ਬਸੇਰਾ ਕਰ ਹੀਰਾ ਸਭ ਸਾਜ ਤੇ। ਰਾਤ ਦੇ ਸਮੇਂ ਰੁਕ ਜਾਂਦੇ ਤੇ ਸਵੇਰ ਦੇ ਸਮੇਂ ਸਾਰੀਆਂ ਥਾਵਾਂ ਤੇ ਫਿਰ ਕੇ ਦੇਖਦੇ। ਜਹਾਂ ਆਸ਼ੀ ਕੁਲ ਤਹਾਂ ਧਨ ਮੇ ਨ ਤੁਲ ਹੋਤ। ਹੁੰਦਾ ਕੀ ਹੈ ਕਿ ਜਿੱਥੇ ਚੰਗੀ ਕੁਲ ਦਿਸਦੀ ਸੀ ਉਹ ਧਨ ਦੇ ਬਰਾਬਰੀ, ਧਨ ਚੰਦੂ ਦੇ ਬਰਾਬਰ ਉਹਦੇ ਕੋਲ ਧਨ ਨਹੀਂ ਸੀ ਹੁੰਦਾ। ਜਹਾਂ ਧਨ ਤੁਲ ਤਹਾਂ ਕੁਲ ਨਹੀਂ ਰਾਜ ਤੇ। ਜਿੱਥੇ ਧਨ ਸਮਾਨ ਇਹਦੇ ਕੋਈ ਮਿਲ ਜਾਂਦਾ ਉੱਥੇ ਇਹਨਾਂ ਦੀ ਕੁਲ ਨਹੀਂ ਸੀ ਆਪਸ ਵਿੱਚ ਮਿਲਦੀ। ਜਹਾਂ ਧਨ ਕੁਲ ਮੈਂ ਨਾ ਮੈਂ ਸੋ ਤੁਲਤਾ ਮਿਲਤੇ ਆਏ। ਜਿੱਥੇ ਧਨ ਅਤੇ ਕੁਲ ਆਪਸ ਵਿੱਚ ਮਿਲ ਜਾਂਦੀ ਤੇ ਉੱਥੇ ਇਸ ਤਰ੍ਹਾਂ ਜਿਹੜਾ ਸੀ ਉਹ ਮੇਲ ਨਹੀਂ ਖਾਂਦਾ। ਬਾਲਕ ਬਹੀਨ ਰੂਪ ਹੇਰਤ ਕੋ ਕਾਜ ਤੇ। ਜਹਾਂ ਧਨ ਕੁਲ ਮੈਂ ਸੋ ਤੁਲਤਾ ਮਿਲਤ ਆਏ। ਜਿੱਥੇ ਧਨ ਤੇ ਕੁਲ ਮਿਲ ਜਾਂਦੀ, ਬਾਲਕ ਬਹੀਨ ਰੂਪ ਹੇਰਤ ਸੋ ਕਾਮ ਤੇ।
ਤੇ ਜਿਹੜਾ ਬਾਲਕ ਸੀ ਉਹ ਦੇਖਦੇ ਤੇ ਉਹਦਾ ਰੂਪ ਚੰਗਾ ਨਾ ਹੁੰਦਾ। ਕਈ ਵਾਰ ਇਸ ਤਰ੍ਹਾਂ ਹੁੰਦਾ ਹੀ ਹੈ ਕਿ ਕੋਈ ਆਪਣੀ ਬਰਾਦਰੀ ਵਿੱਚ ਦੇਖ ਰਹੇ ਸਨ ਤੇ ਉਹ ਨਹੀਂ ਸੀ ਮਿਲ ਰਿਹਾ, ਧਨ ਦਾ ਜਿਹੜਾ ਸੀ ਉਹਦੇ ਬਰਾਬਰ ਮਿਲ ਜਾਂਦਾ। ਤੇ ਜੇ ਧਨ ਵਿੱਚ ਬਰਾਬਰ ਮਿਲਦਾ ਤੇ ਜਿਹੜੀ ਜਾਤ ਸੀ ਉਹ ਮੇਲ ਨਾ ਖਾਂਦੀ, ਜੇ ਜਾਤ ਮੇਲ ਖਾਂਦੀ ਤੇ ਧਨ ਵਿੱਚ ਉਹਦੇ ਸਮਾਨ ਨਾ ਹੁੰਦਾ। ਜੇ ਧਨ ਅਤੇ ਜਾਤ ਦੋਨੋਂ ਇੱਕ ਜਿਹੀਆਂ ਮਿਲਦੀਆਂ ਤੇ ਫਿਰ ਬਾਲਕ ਦੇਖਦੇ ਜਾ ਕੇ ਤੇ ਚੰਦੂ ਕਹਿੰਦਾ ਸੀ ਮੇਰਾ ਜਵਾਈ ਵੀ ਸੋਹਣਾ ਹੋਵੇ, ਸੋਹਣੇ ਸਰੂਪ ਵਾਲਾ ਹੋਵੇ। ਤੇ ਉਹ ਜਿਹੜਾ ਜਵਾਈ ਸੀ ਉਹ ਸੋਹਣਾ ਨਹੀਂ ਸੀ, ਇਹਨਾਂ ਨੂੰ ਲੱਭ ਰਿਹਾ ਚੰਦੂ ਦਾ। ਕਬਿਤ ਪੁਰ ਪੁਰ ਹੇਰਤ ਫਿਰਤ ਨਰ ਪੂਛ ਲੇਤ। ਇਸ ਤਰ੍ਹਾਂ ਬ੍ਰਾਹਮਣ ਜਿਹੜਾ ਸੀ ਨਗਰ ਨਗਰ ਵਿੱਚ ਫਿਰਿਆ ਤੇ ਬਹੁਤ ਲੋਕਾਂ ਤੋਂ ਪੁੱਛਿਆ। ਛਤਰੀ ਹਵੈ ਧਾਤ ਨਾੜ ਧਾਮ ਸੁੰਦਰ ਸਪੂਤ ਹੋਏ। ਲੋਕਾਂ ਤੋਂ ਪੁੱਛਦੇ ਨੇ, ਜਾਤ ਕਰਕੇ ਛਤਰੀ ਹੋਵੇ, ਬਹੁਤਾ ਧਨਾੜ ਹੋਵੇ ਤੇ ਸੁੰਦਰ ਉਹਦਾ ਸਰੂਪ ਹੋਵੇ। ਸ਼ਾਹ ਕੁਸ ਚਿਵ ਤਾਕੀ ਸੁਤਾ ਕੋ ਸੰਬੰਧ ਚਾਹੈ। ਬਾਦਸ਼ਾਹ ਦਾ ਜਿਹੜਾ ਵਜ਼ੀਰ ਹੈ ਨਾ ਚੰਦੂ, ਉਸ ਦੀ ਧੀ ਦਾ ਅਸੀਂ ਰਿਸ਼ਤਾ ਕਰਨਾ ਚਾਹੁੰਦੇ ਹਾਂ ਉਹਦੇ ਨਾਲ। ਜਾਂ ਕੇ ਬੜੇ ਭਾਗ ਜਗ ਮਿਲੈ ਸਥਾਨ ਸੋਏ। ਜਿਹਦੇ ਵੱਡੇ ਭਾਗ ਹੋਣਗੇ ਉਹ ਇਸ ਜਗ੍ਹਾ ਸਾਨੂੰ ਮਿਲੇਗਾ। ਹੁਕਮ ਮਹਾਨ ਚਾਰੋ ਦਿਸ਼ ਮੈਂ ਬਖਾਨ ਕਰੈ। ਉਹਦਾ ਵੀ ਹੁਕਮ ਜਿਹੜਾ ਹੈ ਚੰਦੂ ਦੇ ਵਾਂਗੂ ਸਾਰੇ ਦੇਸ਼ ਵਿੱਚ ਚੱਲੇਗਾ। ਅਨਗਣਾ ਸੰਪਤਾ ਕੋ ਪ੍ਰਾਪਤ ਸਦਾਈ ਜੋਏ। ਬਹੁਤਾ ਜਿਹੜਾ ਧਨ ਸੰਪਦਾ ਉਹਨੂੰ ਸਦਾ ਪ੍ਰਾਪਤ ਹੁੰਦੀ ਰਹੇਗੀ। ਹੋਰ ਹਮ ਰਹੇ ਨਹੀਂ ਸੁਧ ਕਹੂੰ ਲਹੈ ਆਸ। ਹਾਂ, ਅਸੀਂ ਸਾਰੀਆਂ ਥਾਵਾਂ ਤੇ ਲੱਭ ਰਹੇ ਹਾਂ ਪਰ ਕਿਤੇ ਵੀ ਸਾਨੂੰ ਇਹ ਖਬਰ ਨਹੀਂ ਮਿਲ ਰਹੀ ਜਿਸ ਤਰ੍ਹਾਂ ਦਾ ਚੰਦੂ ਨੇ ਰਿਸ਼ਤਾ ਦੇਖਣ ਵਾਸਤੇ ਭੇਜਿਆ ਹੈ। ਫਿਰੇ ਮਨ ਟਹੇ ਨਹੀਂ ਪਾਇਓ ਕਿਤ ਸਮ ਕੋਈ। ਤੇ ਉਸ ਵੇਲੇ ਫਿਰੇ ਮਨ ਢਹੇ ਜੇ ਮਨ ਦੇ ਨਾਲ ਫਿਰ ਰਹੇ ਸਨ ਕਿਉਂਕਿ ਥੱਕ ਗਏ ਤੇ ਉਸ ਵੇਲੇ ਨਹੀਂ ਪਾਇਓ ਕਿਤ ਸਮ ਕੋਏ। ਚੰਦੂ ਦੇ ਸਮਾਨ ਦੇ ਬਰਾਬਰ ਕੋਈ ਘਰ ਨਹੀਂ ਸੀ ਲੱਭ ਰਿਹਾ। ਕਬਿਤ ਫਿਰੇ ਚਾਰ ਓਰ ਮੈਂ ਲਾਹੌਰਪੁਰ ਗਏ ਪੁਨ। ਇਹ ਸਾਰੀਆਂ ਦਿਸ਼ਾਵਾਂ ਤੋਂ ਫਿਰ ਕੇ ਲਾਹੌਰ ਪਹੁੰਚ ਗਏ ਹਨ। ਕਹਿਓ ਬਾ ਲੋਕਨ ਮੈਂ ਦਿੱਲੀ ਹੂੰ ਤੇ ਆਏ ਹੈ। ਉੱਥੇ ਲਾਹੌਰ ਜਾ ਕੇ ਬਹੁਤ ਲੋਕਾਂ ਨੂੰ ਦੱਸਿਆ ਕਿ ਅਸੀਂ ਦਿੱਲੀ ਤੋਂ ਆਏ ਹਾਂ। ਚੰਦੂ ਕੇ ਮਨਿੰਦ ਹਮ ਖੋਜਤ ਬਿਲੰਦ ਫਿਰੇ। ਚੰਦੂ ਦੇ ਬਰਾਬਰ ਕੋਈ ਵੱਡਾ ਘਰ ਅਸੀਂ ਲੱਭ ਰਹੇ ਹਾਂ। ਪ੍ਰਾਪਤ ਨਾ ਭਇਓ ਬਹੁ ਥਾਨ ਮੈਂ ਸੁਨਾਏ ਹੈ। ਬਹੁਤ ਥਾਵਾਂ ਤੇ ਜਾ ਕੇ ਅਸੀਂ ਦੱਸਿਆ ਹੈ ਪਰ ਸਾਨੂੰ ਹਲੇ ਉਹਦੇ ਵਰਗਾ ਘਰ ਨਹੀਂ ਲੱਭਿਆ। ਉਤੇ ਕੁਛ ਸਿੱਖ ਤਿਨੋਂ ਗੁਰੂ ਕੀ ਸਿਫਤ ਕੀ ਨਾ। ਸੰਗਤ ਜੀ, ਲਾਹੌਰ ਦੇ ਵਿੱਚ ਕੁਝ ਸਿੱਖਾਂ ਨੇ ਇਹ ਗੱਲ ਸੁਣੀ ਹੈ ਬ੍ਰਾਹਮਣ ਦੀ ਤੇ ਉਹ ਚੰਦੂ ਦੀ ਧੀ ਦਾ ਰਿਸ਼ਤਾ ਲੱਭ ਰਹੇ ਨੇ ਵੱਡੇ ਘਰਾਣੇ ਦਾ। ਤੇ ਉਹਨਾਂ ਸਿੱਖਾਂ ਨੇ ਗੁਰੂ ਘਰ ਦੀ ਸਿਫਤ ਦੱਸੀ ਕਿ ਉਹ ਲੱਭ ਰਹੇ ਸਨ ਕੋਈ ਵੱਡਾ ਘਰ ਮਿਲ ਜਾਵੇ, ਜਾਤ ਦਾ ਛਤਰੀ ਹੋਵੇ, ਸੁੰਦਰ ਉਹਨਾਂ ਦਾ ਬਾਲ ਹੋਵੇ। ਕੁਝ ਸਿੱਖਾਂ ਨੇ ਸੁਣਿਆ ਤੇ ਗੁਰੂ ਘਰ ਦਾ ਜਸ ਕੀਤਾ। ਧਨ ਅਨਗਨ ਨਿਤ ਸੰਗਤ ਚੜਾਏ ਹੈ। ਸਿੱਖ ਕਹਿਣ ਲੱਗੇ ਕਿ ਸੰਗਤਾਂ ਅਣਗਿਣਤ ਧਨ, ਬਹੁਤਾ ਧਨ ਗੁਰੂ ਘਰ ਚੜਾਉਂਦੀਆਂ ਹਨ। ਉੱਤਮ ਮਹਾਨ ਜਿਨੈ ਮਾਨਤ ਜਹਾਨ ਬਹੁ। ਗੁਰੂ ਘਰ ਇੰਨਾ ਉੱਤਮ ਹੈ ਕਿ ਸਾਰਾ ਜਹਾਨ ਸੰਸਾਰ ਹੀ ਉਹਨਾਂ ਨੂੰ ਮੰਨਦਾ ਹੈ। ਜਾਹਰ ਵਿਸਾਲ ਜਸ ਸਭ ਤੇ ਸੁਹਾਏ ਹੈ। ਹਾਂ, ਤੇ ਉਹਨਾਂ ਦਾ ਜਾਹਰ ਵਿਸਾਲ ਜਸ ਸਭ ਤੇ ਸੁਹਾਏ ਹੈ। ਗੁਰੂ ਘਰ ਦਾ ਜਸ ਦੁਨੀਆ ਵਿੱਚ ਪ੍ਰਗਟ ਹੈ ਤੇ ਸਭ ਤੋਂ ਉੱਚਾ ਜਸ ਹੈ ਗੁਰੂ ਘਰ ਦਾ। ਉਹ ਗੁਰੂ ਘਰ ਬਹੁਤ ਸ਼ੋਭਨੀਕ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਦਾ ਘਰਾਣਾ ਛਤਰੀ ਵੰਸ਼ ਹੈ ਤੇ ਉਹਨਾਂ ਦੇ ਸਪੁੱਤਰ ਹਨ ਸੁੰਦਰ ਸਰੂਪ ਵਾਲੇ ਸ਼੍ਰੀ ਹਰਗੋਬਿੰਦ ਸਾਹਿਬ ਜੀ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਪਮਾ ਸਿੱਖਾਂ ਨੇ ਕੀਤੀ ਆਪਣੇ ਵੱਲੋਂ ਤੇ ਉਹ ਫਿਰ ਜਿਹੜੇ ਬ੍ਰਾਹਮਣ ਅਤੇ ਜਿਹੜਾ ਲਾਗੀ ਸਾਨੂੰ ਚੱਲ ਕੇ ਅੰਮ੍ਰਿਤਸਰ ਜਿਸ ਤਰ੍ਹਾਂ ਆਉਣਗੇ ਗੁਰੂ ਘਰ ਦਾ ਜਸ ਸੁਣ ਕੇ ਤੇ ਜੋ ਸੁਣਿਆ ਸੀ ਸਿੱਖਾਂ ਪਾਸੋਂ ਉਸੇ ਤਰ੍ਹਾਂ ਉਹ ਘਰ ਵਿੱਚ ਦੇਖਣਗੇ ਕਿ ਅਣਗਿਣਤ ਧਨ ਹੈ। ਗੁਰੂ ਘਰ ਬਹੁਤ ਉੱਚਾ ਹੈ, ਜਾਤੀ ਕਰਕੇ ਵੀ ਮੇਲ ਖਾਂਦਾ ਹੈ ਤੇ ਇਹਨਾਂ ਦਾ ਸੁਪੁੱਤਰ ਜਿਹੜਾ ਹੈ ਉਹ ਵੀ ਬੜਾ ਸੁੰਦਰ ਹੈ। ਆਪਣੇ ਵੱਲੋਂ ਤਾਂ ਬਹੁਤ ਸੋਹਣਾ ਕਾਰਜ ਕਰਕੇ ਇੱਥੋਂ ਵਾਪਸ ਦਿੱਲੀ ਜਾਂਦੇ ਨੇ। ਫਿਰ ਕੀ ਕਾਰਨ ਬਣੇ ਇਹ ਵਿਚਾਰ ਆਪਾਂ ਆਉਂਦੇ ਦੀਵਾਨਾਂ 'ਚ ਸਰਵਣ ਕਰਾਂਗੇ ਜੀ। ਇੱਥੇ ਨਿਯਤ ਕੀਤਾ ਸਮਾਂ ਸਮਾਪਤੀ ਤੇ ਪਹੁੰਚ ਚੁੱਕਿਆ ਹੈ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ, ਅੱਗੇ ਵਾਸਤੇ ਅਸੀਸ ਦੇਣੀ। आओ दो पंक्तियां खीलियां सरवण करिए, फतेह बुलाइए जी। होते कुछ सिख तिनो गुरु की सिफत कीना, ताने अन गान नित संगत चढ़ाए हैं। उत्तम महान जिन मानत जहान बहो, जाहर विसाल जस सब ते सुहाए हैं। वाहिगुरु जी का खालसा, वाहिगुरु जी की फतेह। अचोत।